दोस्तों एक होर वीडियो रिपोर्ट लैके हाजिर हाँ चैनल रितेश लखी अनप्लग ते इस वक्त इस वीडियो ਨੂੰ ਲਿਆਏ ਜਾਣ ਦੀ ਲੋੜ ਉਸ फौरी मुद्दे ਦਾ ਉੱਭਰਨਾ है जो कि इस वक्त पूरे देश ਤੇ खास करके पंजाब बंगाल असम राजस्थान वर्गे कई सूबਿਆਂ ਦੇ संदर्भ ਵਿੱਚ चर्चा ਦੇ ਵਿੱਚ है। काफ़ी ਤਿੱਖੇ प्रतिक्रम ਵੇਖਣ ਨੂੰ ਮਿਲੇ ਹੈਗੇ ਨੇ ਭਾਰਤ ਸਰਕਾਰ ਦੇ ਇੱਕ ਅਜਿਹੇ ਫੈਸਲੇ ਉੱਤੇ। ਮਿਨਿਸਟਰੀ ਆਫ ਹੋਮ ਅਫੇਅਰਸ ਦਾ ਉਹ ਫੈਸਲਾ ਜਿਸ ਵਿੱਚ ਕਿ ਬਾਰਡਰ ਸਿਕਿਉਰਿਟੀ ਫੋਰਸ ਜੋ ਕਿ ਇੱਕ ਸੈਂਟਰਲ ਫੋਰਸ है ਉਸ ਦੇ ਆਪਰੇਸ਼ਨਲ ਕੰਮ ਕਰਨ ਦੇ ਦਾਇਰੇ ਦੇ ਵਿੱਚ ਇਜ਼ਾਫਾ ਕੀਤਾ ਗਿਆ, ਵਾਧਾ ਕੀਤਾ ਗਿਆ, ਯਾਨੀ ਕਿ ਉਸ ਦੇ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਕੌਮਾਂਤਰੀ ਪੱਧਰ ਦਾ ਜਿਹੜੀ ਬਾਰਡਰ ਹੁੰਦਾ ਹੈ, ਬਾਉਂਡਰੀ ਹੁੰਦੀ ਹੈ, ਉਸ ਦੇ 15 ਕਿਲੋਮੀਟਰ ਦੇ ਦਾਇਰੇ ਦੇ ਵਿੱਚ BSF ਦਾ ਆਪਰੇਸ਼ਨ ਹੋਇਆ ਕਰਦਾ ਸੀ ਕਈ ਸੂਬਿਆਂ ਦੇ ਵਿੱਚ, ਜਿਸ ਵਿੱਚ ਕਿ ਪੰਜਾਬ ਇੱਕ ਸੂਬਾ ਸੀ, ਬੰਗਾਲ ਵੀ ਇੱਕ ਸੂਬਾ ਸੀ, ਅਸਾਮ ਇੱਕ ਸੂਬਾ ਸੀ, ਰਾਜਸਥਾਨ ਤੇ ਗੁਜਰਾਤ ਵਰਗੇ ਸੂਬੇ ਵੀ ਸਨ। ਲੇਕਿਨ ਹੁਣ 11 ਅਕਤੂਬਰ ਨੂੰ ਜਿਹੜਾ ਇੱਕ ਫੈਸਲਾ ਆਇਆ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਇਸ ਇਲਾਕੇ ਨੂੰ 15 ਕਿਲੋਮੀਟਰ ਦਾ ਉਹ ਜਿਹੜਾ ਕੋਰੀਡੋਰ ਸੀ ਇੰਟਰਨੈਸ਼ਨਲ ਬਾਰਡਰ ਦੇ ਨਾਲ ਤੁਰਦਾ ਹੋਇਆ, ਕਿਉਂਕਿ ਪੰਜਾਬ ਦੀ ਇੱਕ ਬਹੁਤ ਲੰਬੀ ਚੌੜੀ ਸਰਹੱਦ ਹੈ ਜੋ ਕਿ ਬਾਰਡਰ ਦੇ ਨਾਲ ਤੁਰਦੀ ਹੈ, ਪਾਕਿਸਤਾਨ ਦੇ ਨਾਲ ਸਟਿਆ ਹੋਇਆ ਇਹ ਬਾਰਡਰ ਹੈ। ਉਹ ਇਲਾਕਾ ਉਹ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਤਾ ਗਿਆ। ਸੋ ਤਕਰੀਬਨ 3 ਗੁਣਾ ਤੋਂ ਵੱਧ ਜਿਹੜਾ ਵਾਧਾ ਕੀਤਾ ਗਿਆ, ਜਿਸ ਨੂੰ ਲੈ ਕੇ ਬਹੁਤ ਤਿੱਖੇ ਪ੍ਰਤੀਕਰਮ ਆਏ ਹੈਗੇ ਨੇ, ਚਿੰਤਾਵਾਂ ਵਧੀਆਂ ਹੈਗੀਆਂ ਨੇ। ਪੰਜਾਬ ਦੇ ਪੋਲੀਟੀਸ਼ੀਅਨਸ ਜਾਂ ਸਿਆਸਤਦਾਨ ਅਲੱਗ-ਅਲੱਗ ਸਿਆਸੀ ਪਾਰਟੀਆਂ ਵੱਲੋਂ ਇੱਕ ਬਹੁਤ ਹੀ ਨਿਖੇਧੀ ਇਸ ਕੇਂਦਰ ਸਰਕਾਰ ਦੀ ਕੋਸ਼ਿਸ਼, ਇਸ ਦੀ ਇੱਕ ਸਮੂਵ ਦੀ ਕੀਤੀ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਵੱਲੋਂ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲਏ ਜਾਣ ਦੀ ਅਪੀਲ ਕੀਤੀ ਗਈ ਹੈ। BSF ਦਾ ਅਧਿਕਾਰ ਖੇਤਰ ਵਧਾਉਣਾ ਸਿੱਧੇ ਤਰੀਕੇ ਨਾਲ ਪੰਜਾਬ ਦੇ ਆਪਣੇ ਅੰਦਰੂਨੀ ਮਾਮਲੇ, ਗ੍ਰਹਿ ਮਹਿਕਮਾ ਜੋ ਕਿ ਪੰਜਾਬ ਸਰਕਾਰ ਦਾ ਮਹਿਕਮਾ ਹੈ, ਇੰਟਰਨਲ ਅਫੇਅਰ ਹੈ, ਹੋਮ ਡਿਪਾਰਟਮੈਂਟ ਪੰਜਾਬ ਦਾ, ਉਸ ਦੇ ਕੰਮਕਾਜ ਦੇ ਵਿੱਚ ਸਿੱਧੇ ਤਰੀਕੇ ਦੀ ਦਖਲਅੰਦਾਜ਼ੀ ਹੋ ਸਕਦਾ ਹੈ। ਇਹ ਫੈਡਰਲ ਸਟਰਕਚਰ ਸੰਘੀ ਕਦਰਾਂ ਕੀਮਤਾਂ ਦੇ ਵੀ ਉਲਟ ਹੈ। ਸੂਬਿਆਂ ਦਾ ਇੱਕ ਬਹੁਤ ਵੱਡਾ ਇਲਾਕਾ ਜੋ ਕਿ ਕੇਂਦਰ ਸਰਕਾਰ ਦੀ ਇੱਕ ਸੁਰੱਖਿਆ ਬਲ ਦੇ ਤਹਿਤ ਚਲਿਆ ਜਾਂਦਾ ਹੈ। ਇਹ ਖਦਸ਼ੇ ਹੈਗੇ ਨੇ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਸਰਕਾਰ ਦੇ। ਇਸ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਗ੍ਰਹਿ ਮੰਤਰੀ ਡਿਪਟੀ ਚੀਫ ਮਿਨਿਸਟਰ ਸੁਖਜਿੰਦਰ ਰੰਧਾਵਾ ਨੇ ਵੀ ਇਹ ਮੰਗ ਕੀਤੀ ਤੇ ਕੇਂਦਰ ਸਰਕਾਰ ਦੇ ਇਸ ਕਦਮ ਦੀ ਕਰੜੀ ਨਿੰਦਿਆ ਕੀਤੀ ਹੈ। ਅਕਾਲੀ ਦਲ ਪਹਿਲਾਂ ਹੀ ਇਸ ਮੁੱਦੇ ਉੱਤੇ ਸਾਫ਼ ਹੈ। ਸੰਘੀ ਢਾਂਚੇ ਉੱਤੇ ਇੱਕ ਖਤਰਾ ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ ਵੱਡਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਜਿਹੜੀ ਇੱਕ ਵੱਖਰਾ ਸੁਰ ਵੇਖਣ ਵਿੱਚ ਮਿਲਿਆ ਹੈ ਪੰਜਾਬ ਦੇ ਸੰਦਰਭ ਵਿੱਚ, ਉਹ ਹੈ ਕੈਪਟਨ ਅਮਰਿੰਦਰ ਸਿੰਘ ਦਾ ਉਹ ਬਿਆਨ। ਕੈਪਟਨ ਅਮਰਿੰਦਰ ਸਿੰਘ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਹੁਣ ਇਹ ਇੱਕ ਬਹੁਤ ਵੱਖਰੀ ਗੱਲ ਹੈ ਜਦੋਂ ਕਿ ਪੰਜਾਬ ਦੀ ਸਾਰੀਆਂ ਸਿਆਸੀ ਜਮਾਤਾਂ ਪਾਰਟੀ ਲੀਹਾਂ ਤੋਂ ਉੱਤੇ ਉੱਠ ਕੇ ਇਸ ਫੈਸਲੇ ਦੀ ਨਿਖੇਧੀ ਕਰ ਰਹੀਆਂ ਨੇ। ਉਸ ਵਕਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਨਵੇਂ ਜਿਹੜੇ ਆਪਣੇ ਅਹੁਦੇ ਤੋਂ ਉਤਰੇ ਹੋਏ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ, ਉਹਨਾਂ ਵੱਲੋਂ ਇਸ ਕਦਮ ਦਾ ਸਵਾਗਤ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ, BJP ਸਰਕਾਰ ਦੇ ਇਸ ਮੂਵ ਦੀ ਸ਼ਲਾਘਾ ਉਹਨਾਂ ਨੇ ਕੀਤੀ ਹੈ। ਹਵਾਲਾ ਉਹਨਾਂ ਨੇ ਦਿੱਤਾ ਹੈ ਵੀ ਜੰਮੂ ਕਸ਼ਮੀਰ ਦੇ ਵਿੱਚ ਸਾਡੇ ਜਵਾਨ ਮਰਦੇ ਪਏ ਹੈਗੇ ਨੇ। ਲਗਾਤਾਰ ਪੰਜਾਬ ਦੇ ਵਿੱਚ ਨਸ਼ਿਆਂ ਅਤੇ ਹਥਿਆਰ ਦੀ ਸਪਲਾਈ ਖੇਪ ਹੈ, ਉਸ ਨੂੰ ਧੱਕਿਆ ਜਾ ਰਿਹਾ ਹੈ। ਇਹਨਾਂ ਹਾਲਾਤਾਂ ਦੇ ਵਿੱਚ BSF ਦੇ ਅਧਿਕਾਰ ਖੇਤਰ ਜਾਂ ਉਸ ਦੇ ਦਾਇਰੇ ਨੂੰ ਵਧਾਉਣਾ ਕੋਈ ਗਲਤ ਮੂਵ ਨਹੀਂ ਹੈ। ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਤੇ ਪਾਰਟੀਆਂ ਦੇ ਵਖਰੇਵੇ, ਉਹਨਾਂ ਦੇ ਜਿਹੜੇ ਸਿਆਸੀ ਮਫਾਦ ਹੁੰਦੇ ਨੇ, ਉਹਨਾਂ ਤੋਂ ਉੱਠ ਕੇ ਇਸ ਪੂਰੀ ਕੇਂਦਰ ਦੀ ਕਾਰਵਾਈ ਨੂੰ ਵੇਖਿਆ ਜਾਵੇ। ਕਿਉਂਕਿ ਉਹਨਾਂ ਨੇ ਕਿਹਾ ਸੀ ਵੀ 2016 ਦੇ ਵਿੱਚ ਸਰਜੀਕਲ ਸਟ੍ਰਾਈਕ ਤੋਂ ਬਾਅਦ ਲਗਾਤਾਰ ਉਹਨਾਂ ਨੇ ਇਸ ਸਟੈਂਡ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਕਿ ਇਹ ਜਿਹੜੀ ਪੂਰੀ ਗੱਲਬਾਤ ਹੈ, ਇਸ ਦੇ ਵਿੱਚ ਕੌਮੀ ਸੁਰੱਖਿਆ ਦੇ ਕਿਸੇ ਵੀ ਨੁਕਤੇ ਜਾਂ ਮੁੱਦੇ ਉੱਤੇ ਕੋਈ ਵੀ ਸਿਆਸਤ ਨਹੀਂ ਹੋਣੀ ਚਾਹੀਦੀ। ਸਿਆਸੀ ਆਪਣੇ ਮਫਾਦਾਂ ਤੋਂ ਉੱਤੇ ਉੱਠਣ ਦੀ ਲੋੜ ਹੈ ਸਾਰੀ ਸਿਆਸੀ ਪਾਰਟੀਆਂ ਨੂੰ। ਸੋ ਕੈਪਟਨ ਅਮਰਿੰਦਰ ਸਿੰਘ ਇਹ ਗਿਆਨ ਵੰਡਦੇ ਹੋਏ ਨਜ਼ਰ ਆ ਰਹੇ ਹੈਗੇ ਨੇ, ਬਿਲਕੁਲ ਪੰਜਾਬ ਦੀ ਸਾਰੀ ਸਿਆਸੀ ਜਮਾਤਾਂ ਦੇ ਉਲਟ, ਜਿਨ੍ਹਾਂ ਨੂੰ ਇਸ ਵਕਤ ਪੰਜਾਬ ਦੇ ਹੀ ਨਹੀਂ ਬਲਕਿ ਹੋਰ ਵੀ ਸੂਬਿਆਂ ਦੇ ਸੰਘੀ ਢਾਂਚੇ ਦੇ ਪੱਖੋਂ ਇੱਕ ਬਹੁਤ ਵੱਡੀ ਚੋਟ ਵੱਜਦੀ ਹੋਈ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਦੇ ਇਸ ਨੋਟੀਫਿਕੇਸ਼ਨ ਦੇ ਨਾਲ। ਸੋ ਅੱਜ ਦੇ ਇਸ ਵੀਡੀਓ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਰੂਪਰੇਖਾ ਤੁਸੀਂ ਸਮਝ ਚੁੱਕੇ ਹੋ, ਅਲੱਗ-ਅਲੱਗ ਪ੍ਰਤੀਕਰਮ ਕੀ ਆਏ ਹੈਗੇ ਨੇ, ਤੇ ਪਹਿਲਾਂ ਤਾਂ ਸਮਝ ਲਈਏ ਵੀ ਪੂਰਾ ਮੁੱਦਾ ਮੁੱਢਲੇ ਤੌਰ ਤੇ ਤੁਸੀਂ ਸਮਝ ਚੁੱਕੇ ਹੋ ਹੈ ਕੀ, ਲੇਕਿਨ ਇਹ ਸਮਝ ਲਈਏ ਵੀ BSF ਦਾ ਇੱਕ 1968 ਦਾ ਐਕਟ ਹੈ, ਬਾਰਡਰ ਸਿਕਿਉਰਿਟੀ ਫੋਰਸ, ਜੋ ਕਿ ਸੈਂਟਰਲ ਫੋਰਸ ਹੈ। ਇਸ ਦਾ ਕੰਮ ਹੁੰਦਾ ਹੈ ਅੰਤਰਰਾਸ਼ਟਰੀ ਕੌਮੀ ਜਿਹੜੇ ਬਾਰਡਰ ਹੈਗੇ ਨੇ ਉਹਨਾਂ ਦੀ ਸੁਰੱਖਿਆ ਕਰਨਾ, ਸੁਰੱਖਿਆ ਪ੍ਰਦਾਨ ਕਰਨਾ। 15 ਕਿਲੋਮੀਟਰ ਦਾ ਦਾਇਰਾ, ਉਸਦੇ ਇਲਾਕੇ ਦੇ ਵਿੱਚ ਕਿਤੇ ਵੀ ਸੀਜ਼ਰ ਸਰਚ ਜਾਂ ਕਿਤੇ ਵੀ ਦਬਿਸ਼ ਛਾਪੇਮਾਰੀ, ਕਿਸੇ ਨੂੰ ਗ੍ਰਿਫਤਾਰ ਕਰਨਾ ਹੈ, ਉਹ ਕਰ ਸਕਦੇ ਨੇ। ਇਹ ਸਮਝ ਲੈਂਦੇ ਵੀ ਇਹ ਜਿੰਨੀ ਵੀ BSF ਦੀ ਕਾਰਵਾਈ ਹੈ ਉਹ BSF ਦੇ 1968 ਦੇ ਐਕਟ ਦੇ ਤਹਿਤ ਹੀ ਕੀਤੀ ਜਾਂਦੀ ਹੈ, ਅੱਗੇ ਤੋਰੀ ਜਾਂਦੀ ਹੈ। ਤੇ ਕੇਂਦਰ ਸਰਕਾਰ ਨੇ ਜਿਹੜਾ ਅਮੈਂਡਮੈਂਟ ਕੀਤੀ ਹੈ, ਜੋ ਕਿ ਸ਼ਡਿਊਲ ਬਦਲਿਆ ਗਿਆ ਹੈ, ਇਹ ਸਾਰੇ ਸੂਬਿਆਂ ਦੀਆਂ ਹੱਦਾਂ ਵਧਾਈਆਂ ਗਈਆਂ ਨੇ। 15 ਕਿਲੋਮੀਟਰ ਤੋਂ 50 ਕਿਲੋਮੀਟਰ ਕੀਤੀਆਂ ਗਈਆਂ ਨੇ। ਗੁਜਰਾਤ ਦੀ ਜਿਹੜੀ ਹੱਦ ਹੈ ਉਸ ਨੂੰ 80 ਕਿਲੋਮੀਟਰ ਜੋ ਕਿ ਪਹਿਲਾਂ ਹੋਇਆ ਕਰਦੀ ਸੀ, ਉਸ ਤੋਂ ਘਟਾ ਕੇ 50 ਕਿਲੋਮੀਟਰ ਲਿਆਂਦਾ ਗਿਆ ਹੈ, ਜਦਕਿ ਹੋਰ ਸੂਬਿਆਂ ਦੀ ਹੱਦ ਜਿਹੜੀ ਹੈ ਵਧੀ ਹੈ। ਸੋ ਹੁਣ ਪੈਰਲਲੀ
यूनीफॉर्मली सारे जिन्ने सूबे हैगे ने, खास करके वो सूबे जिन्हां दे विच जो कि डिस्टर्बड एरिए घोषित नहीं हैगे ने। ये भी तुहानूं दस दी भी इत्थे मिजोरम, नागालैंड, मेघालय, बथेरे ऐसे होर सूबे हैगे ने, तकरीबन 5 अजिहे सूबे, त्रिपुरा वर्गे सूबे हैगे ने जो नॉर्थ ईस्ट के सूबे हैगे ने, इंक्लूडिंग जम्मू एंड कश्मीर, दी यूनियन टैरेटरी ਅਤੇ लद्दाख जो ਵੱਖਰੇ ਵੱਖਰੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈਗੇ ਨੇ। ਸੋ ਤਕਰੀਬਨ 7 ਅਜਿਹੇ ਰਾਜ, ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਜਿਨ੍ਹਾਂ ਦੇ ਵਿੱਚ ਕੀ ਡਿਸਟਰਬਡ ਏਰੀਆ ਐਕਟ ਲੱਗਿਆ ਹੋਇਆ ਸੀ। ਪੂਰੇ ਦੇ ਪੂਰੇ ਇਹ ਸੂਬੇ ਜਿਹੜੇ ਹੈ ਉਹ ਆਰਮੀ ਦੇ ਤਹਿਤ ਜਾਂ ਫਿਰ BSF ਦੇ ਤਹਿਤ ਜਾਂ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਨੇ। ਉੱਥੇ ਆਲਰੇਡੀ ਜਿਹੜੇ ਸੈਂਟਰਲ ਫੋਰਸਿਸ ਨੇ ਉਹਨਾਂ ਕੋਲ ਸਵੀਪਿੰਗ ਪਾਵਰਸ ਨੇ, ਲੇਕਿਨ ਗੱਲ ਰਹਿ ਜਾਂਦੀ ਹੈ ਬੰਗਾਲ, ਪੰਜਾਬ, ਗੁਜਰਾਤ, ਰਾਜਸਥਾਨ ਵਰਗੇ ਸੂਬਿਆਂ ਦੀ, ਉਹ ਸੂਬੇ ਆਸਾਮ ਵਰਗੇ ਸੂਬਿਆਂ ਦੀ, ਜੋ ਕਿ ਹਜੇ ਤੱਕ ਇਸ ਦਾਇਰੇ ਦੇ ਵਿੱਚ ਸਿਰਫ 15 ਕਿਲੋਮੀਟਰ ਦੀ ਉਹਨਾਂ ਦੀ ਇੱਕ ਪੱਟੀ ਇਸ ਦਾਇਰੇ ਵਿੱਚ ਆਉਂਦੀ ਸੀ, ਜਿਸ ਤਹਿਤ ਕਿ ਕਿਸੇ ਨੂੰ ਵੀ ਗ੍ਰਿਫਤਾਰ ਕਰਨ ਦੀ, ਸੀਜ਼ ਕਰਨ ਦੀ, ਛਾਪਾ ਪਾਉਣ ਦੀ ਜਿਹੜੀ ਇਜਾਜ਼ਤ ਸੀ ਉਹ BSF ਨੂੰ ਸੀ। ਲੇਕਿਨ ਹੁਣ ਸਮਝਣ ਵਾਲੀ ਗੱਲ ਹੈ ਵੀ ਸੈਕਸ਼ਨ 139 ਹੈ ਇਸ 1968 ਦੇ BSF ਐਕਟ ਦਾ, ਜਿਸ ਦੀ ਦੋ ਸੈਕਸ਼ਨ 1 ਤੇ ਸੈਕਸ਼ਨ 2 ਹੈਗੇ ਨੇ, ਅਲੱਗ-ਅਲੱਗ ਤੁਰਦੇ ਨੇ। ਸੈਕਸ਼ਨ 1 ਦੇ ਤਹਿਤ ਇਹ ਸ਼ਡਿਊਲ ਨੂੰ ਬਦਲਿਆ ਗਿਆ। ਸੈਕਸ਼ਨ 2 ਕੀ ਕਹਿੰਦਾ ਹੈ ਉਸ ਨੂੰ ਸਮਝਣਾ ਥੋੜਾ ਜ਼ਿਆਦਾ ਜ਼ਰੂਰੀ ਹੈ, ਜਿਸ ਬਾਰੇ ज़्यादातर सियासतदान गल नहीं करनगे, लेकिन आप उसनूं समझण दी कोशिश करांगे। सो मुड़ दी गल तुसीं समझ चुके हो भी इस वक्त BSF जे उहदा दायरा वधदा है तां की उस दे नाल खतरा किस नूं पैदा हुंदा है। पंजाब सरकार नूं, पंजाब पुलिस नूं, पंजाब दे वसनीकां नूं, पंजाब दे बशिंदियां नूं की खतरा हो सकता है इस BSF दा अधिकार खेतर वधन दे पक्षों। दूसरा सवाल ये खड़ा हुंदा भी संघी ढांचे, फैडरल स्ट्रक्चर नूं किड्डी वड्डी चोट है, अंदरूनी मामला होना चाहिए। पंजाब पुलिस अपना लॉ एंड ऑर्डर ਨੂੰ मेनटेन कर रही है, क्राइम कंट्रोल करना, प्रिवेंशन करना, किसी भी कानून की जे उलंघना होंदी है, कोई भी वारदात होंदी है, उस उत्ते उसकी पड़ताल करना, उस मामले 'ਚ कार्रवाई करना, ये पंजाब पुलिस का काम है, ना कि BSF या किसी केंद्रीय एजेंसी का। सो की ये नाल प्रभावित होएगा, ये चीज़ों को समझ लैने। हुण इत्थे सैक्शन 139 का सब सैक्शन 2 BSF के 1968 के एक्ट का उसनूं समझण की कोशिश करते हैं, क्योंकि जिहड़ा खदशा सब लोगों के पॉपुलर सेंटीमेंट के तौर पर उभारिया जा रहा है वो ये है कि किते ना किते पंजाब सरकार के पैरल शक्तियां या पैरल पावर्स जिहड़ियां हैं वो BSF नूं मिल जाएगियां। जिस तरीके नाल पंजाब पुलिस ऑपरेट करती है BSF उवें ऑपरेट करेगी। ये थोड़ा जिहा भेद है, इसनूं थोड़ा जिहा समझण की लोड़ है, क्योंकि BSF दीयां शक्तियां नहीं वधाईयां गईयां ने। BSF का सिर्फ अधिकार खेत्र ते उन्हां दा दायरा वधाया गया है। BSF पहलां भी जिहड़ी दबिश कर सकती सी, BSF के तहत है कि 139 का सैक्शन 1 आपां वेख लैंदे हां, मोटी मोटी नज़र पा ली तो इस दे तहत BSF किहड़े कानूनों के तहत कार्रवाई किहड़े लोगों के खिलाफ कर सकती है। वो फॉरनर्स एक्ट, रजिस्ट्रेशन ऑफ फॉरनर्स एक्ट, पासपोर्ट एक्ट, तो इस तो इलावा कुछ होर ऐसे जिहड़े भारत सरकार के एक्ट ने उन्हां तहत कार्रवाई करती है। क्योंकि इन्हां दा मकसद बड़े सिंपल तरीके नाल समझा जा सकता है कि जदों घुसपैठ हुंदी है, यानी कि दूसरे पार तो, सरहद पार तो कोई भारत की सीमा दे विच वड़न की कोशिश करता है, उस वक्त उन्होंने गिरफ्तार करना होंदा, उस उत्ते फॉरनर्स एक्ट या फॉरनर्स रजिस्ट्रेशन एक्ट, कोई अवैध जी एंट्री है, पासपोर्ट एक्ट, इन्हां धारावां के तहत उस पर कार्रवाई की जाती है। सो BSF का यह अधिकार खेतर है। इस दे नाल ही नारकोटिक्स की जी स्मगलिंग है या हथियारों की जी स्मगलिंग है, उस दे संदर्भ में जी कार्रवाई है वो BSF का अधिकार खेतर है, जो कि वो करती है। हुण सवाल तो रौला ही है भी 15 किलोमीटर तो 50 किलोमीटर तक का रौला की है। 50 किलोमीटर के विच तां दरबार साहब ते अमृतसर ते पंजाब के बहुत वड्डे वड्डे शहर भी आ जाते हैं। सो की इसका मतलब ये लगाया जाए भी BSF कदे भी किसी भी थां ते एंटर कर सकती है, वड़ सकती है, उत्थे छापा पा सकती है, किसी को गिरफ्तार कर सकती है, सीजर कर सकती है। ये बिल्कुल ठीक गल है कि BSF ये सब काम कर सकती है, लेकिन BSF ये सब काम क्यों करेगी? पहला का जोड़ा इतिहास है पिछले तकरीबन 40-50 सालों का कि बॉर्डर सिक्योरिटी फोर्स जो कि सीमा सुरक्षा बल है कि उसने अपना अधिकार खेतर या अपनी ज्यूरिसडिक्शन को टप्पिया है। बॉर्डर के इलाकों के BSF ने पंजाब पुलिस के अधिकार खेतर के इंटरफीन किया, इनफ्रिंज किया या उन्होंने शक्तियों को अपने हथ में लैन की कोशिश की है। लॉ ऑर्डर नाल जुड़ियां प्रॉब्लम्स यानी कि कानून व्यवस्था नाल जुड़ियां हुई प्रॉब्लम्स के उत्ते कि BSF ने कदे अपना जिहड़ा हक जताउण की कोशिश की है। ये सारी गल्लां बातां दे संदर्भ में कोई भी आधार मौजूद नहीं है। सो जे उसका दायरा 15 किलोमीटर तो लैके 50 किलोमीटर किया जा रहा है तो उस दे विच समझण वाली गल है भी नुकसान किसनूं की है। आम नागरिक जो कि अपनी जिंदगी बतीत कर रहा है, जिसनों किसी का कोई डर नहीं है, जो कि कोई पुट्ठा सीधा काम नहीं करता, उसनों कोई डर नहीं होना चाहिए। वो क्यों परेशान होवे? सरकारां नूं ज़्यादा चिंता फैडरल स्ट्रक्चर या संघी ढांचे दे विच सेंध मारी दी है या फिर किसी होर गलबात दी है। क्योंकि इत्थे मैं एक छोटा जिहा तर्क ते होर लॉजिक तुहानूं देना चाहांगा। एक काउंटर पॉइंट है जिसनों समझण की बहुत ज़्यादा अहम लोड़ है। पंजाब दी जेलों के विचों नशे का व्यापार हुंदा है,
ਕਬੱਡੀ ਦਾ ਗੋਰਖ ਧੰਦਾ ਚੱਲਦਾ ਹੈ, ਵੱਡੇ ਵੱਡੇ ਗੈਂਗਸਟਰ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਬੈਠ ਕੇ ਕੀ ਕੁਝ ਨਹੀਂ ਕਰ ਰਹੇ। ਮੈਂ ਬਹੁਤ ਸਾਰੀਆਂ ਐਸੀਆਂ ਰਿਪੋਰਟਸ ਬਣਾਈਆਂ ਨੇ ਜਿਸ ਵਿੱਚ ਕਿ ਮੂਲ ਜਿਹੜੀ ਜੜ ਹੈ ਪੰਜਾਬ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਦੀ, ਜਿਸ ਤੋਂ ਕਿ ਗੈਂਗਸਟਰ ਪਣਪ ਰਹੇ ਨੇ, ਉਹਨਾਂ ਦਾ ਜਿਹੜਾ ਪੂਰਾ ਨੈਟਵਰਕ ਹੈ ਉਹ ਫੈਲ ਰਿਹਾ, ਫੁੱਲ ਰਿਹਾ ਤੇ ਜੇਲ੍ਹਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਕੰਮ ਧੰਦੇ ਬਹੁਤ ਹੀ ਇੱਕ ਸੁਚੱਜੇ ਢੰਗ ਨਾਲ ਚੱਲ ਪਾ ਰਹੇ ਹੈਗੇ ਨੇ। ਇਹ ਇੱਕ ਕਲੀਅਰ ਕੱਟ ਡਿਫਾਈਨਡ ਰੂਲ ਹੈ ਪੰਜਾਬ ਦਾ। ਇਸ ਦੇ ਵਿੱਚ ਜੇ ਕੋਈ ਵੀ ਮੈਨੂੰ ਚੁਣੌਤੀ ਦੇਣਾ ਚਾਹੁੰਦਾ ਤਾਂ ਮੈਂ ਉਸ ਦੀ ਚੁਣੌਤੀ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ। ਪੰਜਾਬ ਦੇ ਗ੍ਰਹਿ ਮੰਤਰੀ, ਡਿਪਟੀ ਚੀਫ ਮਿਨਿਸਟਰ ਸੁਖਜਿੰਦਰ ਰੰਧਾਵਾ, ਜਿਨ੍ਹਾਂ ਕੋਲ ਜੇਲ੍ਹ ਦਾ ਮਹਿਕਮਾ ਹੈ, ਉਹਨਾਂ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੱਕ ਜੇ ਕਹਿ ਦਿੰਦੇ ਨੇ ਵੀ ਜੋ ਮੈਂ ਗੱਲ ਕਹਿ ਰਿਹਾ ਹਾਂ ਗਲਤ ਹੈ, ਤਾਂ ਮੈਂ ਉਸ ਚੀਜ਼ ਨੂੰ ਚੈਲੰਜ ਵੀ ਲੈਣ ਨੂੰ ਤਿਆਰ ਹਾਂ ਤੇ ਮੈਂ ਉਸ ਚੀਜ਼ ਨੂੰ ਸਾਬਤ ਵੀ ਕਰਨ ਨੂੰ ਤਿਆਰ ਹਾਂ। ਸੋ ਜਦੋਂ ਆਪਾਂ ਇਹ ਗੱਲ ਨੂੰ ਮੰਨਦੇ ਹਾਂ ਵੀ ਸਾਡੀ ਜੇਲ੍ਹਾਂ ਦੇ ਵਿੱਚ ਐਡੇ ਵੱਡੇ ਕ੍ਰਿਮੀਨਲਸ ਆਪਣੇ ਮਾਫੀਆ ਆਪਰੇਟ ਕਰ ਰਹੇ ਹੈਗੇ ਨੇ, ਨਸ਼ੇ ਦੀ ਤਸਕਰੀ, ਵਪਾਰ ਸਰਹੱਦੋਂ ਪਾਰ ਆਉਂਦਾ ਹੈ, ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ, ਉਹਨੂੰ ਪੰਜਾਬ ਦੇ ਵਿੱਚ ਕੌਣ ਸਰਕੂਲੇਟ ਕਰਦਾ ਹੈ, ਕਿਹੜੇ ਪੁਲਿਸ ਵਾਲੇ ਉਹਦੇ ਨਾਲ ਮਿਲ ਕੇ ਇਲਾਕਿਆਂ ਦੇ ਵਿੱਚ ਨਸ਼ੇ ਦੀ ਸਪਲਾਈ ਕਰਾਉਂਦੇ ਨੇ, ਇਹ ਕੋਈ ਪੁਰਾਣੀ ਗੱਲਾਂ ਬਾਤਾਂ ਤਾਂ ਹੈ ਨਹੀਂ, ਇਹ ਤਾਂ ਚੀਜ਼ਾਂ ਪਬਲਿਕ ਡੋਮੇਨ ਦੇ ਵਿੱਚ ਹਨ। ਸਾਡੀ ਜੇਲ੍ਹਾਂ ਦੇ ਵਿੱਚ ਜੇ ਅਸੀਂ ਇੱਕ ਨੱਥ ਪਾਉਣੀ ਹੈ ਸੰਗਠਿਤ ਅਪਰਾਧ ਦੇ ਉੱਤੇ, ਆਰਗੇਨਾਈਜ਼ ਕ੍ਰਾਈਮ ਦੇ ਉੱਤੇ, ਤਾਂ ਸਾਡੀ ਸਰਕਾਰ, ਪੰਜਾਬ ਸਰਕਾਰ, ਕੇਂਦਰ ਸਰਕਾਰ ਨੂੰ ਲਿਖਦੀ ਹੈ ਤੇ ਉਹ ਕਹਿੰਦੀ ਹੈ ਵੀ ਸਾਨੂੰ ਕੇਂਦਰੀ ਸੁਰੱਖਿਆ ਬਲ ਚਾਹੀਦੇ ਨੇ ਆਪਣੀ ਜੇਲ੍ਹਾਂ ਵਿੱਚ, ਉਸ ਦੀ ਹਿਫਾਜ਼ਤ ਲਈ, ਉਸ ਦੇ ਵਿੱਚ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਚੱਲਦਾ ਹੈ ਉਸ ਉੱਤੇ ਨੱਥ ਪਾਉਣ ਲਈ। ਯਾਨੀ ਕਿ ਆਪਣੀ ਸਰਕਾਰ, ਆਪਣੀ ਪੁਲਿਸ ਜਾਂ ਆਪਣਾ ਜਿਹੜਾ ਜੇਲ੍ਹ ਮਹਿਕਮਾ ਹੈ, ਉਸ ਦੇ ਜਿੰਨੇ ਵੀ ਕਰਿੰਦੇ ਨੇ ਉਹਨਾਂ ਦੇ ਵਿੱਚ ਕਿਸੇ ਦਾ ਕੋਈ ਭਰੋਸਾ ਨਹੀਂ ਹੈ, ਕਿਉਂਕਿ ਜਿਸ ਤਰੀਕੇ ਦੇ ਨੈਕਸਸ ਤੇ ਜਿਸ ਤਰੀਕੇ ਦਾ ਮਾਫੀਆ ਆਪਰੇਟ ਹੁੰਦਾ ਹੈ ਜੇਲ੍ਹਾਂ ਦੇ ਵਿੱਚੋਂ ਸਭ ਨੂੰ ਪਤਾ ਹੈ। ਸੋ ਜਦੋਂ ਸਾਡਾ ਆਪਣੀ ਜੇਲ੍ਹਾਂ ਨੂੰ ਸੁਰੱਖਿਅਤ ਰੱਖਣ ਪੱਖੋਂ ਜਾਂ ਉਹਨਾਂ ਦੇ ਵਿੱਚੋਂ ਹੋ ਰਹੇ ਅਪਰਾਧ ਨੂੰ ਰੋਕਣ ਪੱਖੋਂ ਆਪਣੀ ਹੀ ਸਰਕਾਰ ਦਾ, ਆਪਣੀ ਐਡਮਿਨਿਸਟ੍ਰੇਸ਼ਨ, ਆਪਣੀ ਪੁਲਿਸ, ਆਪਣੇ ਜੇਲ੍ਹ ਡਿਪਾਰਟਮੈਂਟ ਜਾਂ ਉਸਦੇ ਕਰਿੰਦਿਆਂ, ਉਸਦੀ ਫੋਰਸ ਦੇ ਵਿੱਚ ਵਿਸ਼ਵਾਸ ਨਹੀਂ ਹੈ, ਭਰੋਸਾ ਨਹੀਂ ਹੈ, ਉਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਕੀ ਇਤਰਾਜ਼ ਹੋਣਾ ਚਾਹੀਦਾ? BSF ਦੇ ਇਸ ਅਧਿਕਾਰ ਖੇਤਰ ਦੇ ਵਿੱਚ ਵਾਧੇ ਨੂੰ ਨਿੰਦਣ ਦਾ, ਉਹ ਵੀ ਉਸ ਵਕਤ ਜਦੋਂ ਕਿ ਅਸੀਂ ਖੁਦ ਕੇਂਦਰੀ ਸੁਰੱਖਿਆ ਬਲਾਂ ਦੀ ਮੰਗ ਕਰ ਰਹੇ ਹਾਂ। ਅਸੀਂ ਕਹਿ ਰਹੇ ਵੀ ਸਾਨੂੰ CRPF ਦਿਓ, CAPF ਦਿਓ, ਸਾਨੂੰ BSF ਦਿਓ, ਸਾਨੂੰ CISF ਦਿਓ। ਇਹ ਤਾਂ ਮੰਗਾਂ ਪੰਜਾਬ ਦੇ ਜਿਹੜੇ ਕੱਲ੍ਹ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਸੁਖਜਿੰਦਰ ਰੰਧਾਵਾ ਕੀਤੀ, ਪੰਜਾਬ ਦੇ ਗ੍ਰਹਿ ਮੰਤਰੀ, ਡਿਪਟੀ ਚੀਫ ਮਿਨਿਸਟਰ, ਆਪਣੀਆਂ ਚਿੱਠੀਆਂ ਕੱਢ ਕੇ ਵੇਖਣ ਜੋ ਸੈਂਟਰ ਸਰਕਾਰ ਨੂੰ ਲਿਖੀਆਂ ਗਈਆਂ ਇਹਨਾਂ ਵੱਲੋਂ, ਜਿਸ ਵਿੱਚ ਕਿ ਇਹਨਾਂ ਨੇ ਤਾਂ ਸੈਂਟਰਲ ਸੁਰੱਖਿਆ ਬਲਾਂ ਦੀ ਮੰਗਾਂ ਕੀਤੀਆਂ ਆਪਣੀ ਜੇਲ੍ਹਾਂ ਨੂੰ ਸੁਰੱਖਿਅਤ ਜਾਂ ਮਹਿਫੂਜ਼ ਰੱਖਣ ਦੇ ਪੱਖੋਂ। ਸੋ ਜਦੋਂ ਅਸੀਂ ਆਪਣੀ ਜੇਲ੍ਹਾਂ ਨੂੰ ਹੀ ਵਾਚਣ ਦੇ ਵਿੱਚ ਜਾਂ ਉਹਦੀ ਸੁਰੱਖਿਆ ਕਰਨ ਦੇ ਵਿੱਚ ਅਸਮਰੱਥ ਹਾਂ, ਅਸੀਂ ਆਪਣੇ ਸੂਬੇ ਵਿੱਚ ਨਸ਼ਿਆਂ ਦੀ ਹੋ ਰਹੀ ਸਪਲਾਈ ਨੂੰ ਰੋਕਣ ਵਿੱਚ ਅਸਮਰੱਥ ਹਾਂ, ਅਸੀਂ ਬਥੇਰੇ ਐਸੇ ਕੰਮ ਕਰਨ ਦੇ ਵਿੱਚ ਅਸਮਰੱਥ ਹਾਂ। ਸਾਡੀ ਪੁਲਿਸ, ਜਿਸ ਦਾ ਕਿ ਹੱਦ ਦਰਜੇ ਦਾ ਰਾਜਨੀਤੀਕਰਨ ਹੋ ਚੁੱਕਾ ਹੈ, ਸਿਆਸੀਕਰਨ ਹੋ ਚੁੱਕਾ ਹੈ। ਹੁਣ ਨਵੇਂ ਮੁੱਖ ਮੰਤਰੀ ਬਣੇ ਨੇ, ਮੈਨੂੰ ਨਹੀਂ ਲੱਗਦਾ, ਮੈਂ ਪਿਛਲੇ 15-20 ਦਿਨ ਜਾਂ 3 ਹਫ਼ਤਿਆਂ ਤੋਂ ਪੁਲਿਸ ਦੇ SSP ਤੋਂ ਲੈ ਕੇ DIG ਪੱਧਰ ਦੇ ਤੇ DSP ਪੱਧਰ ਦੇ ਅਧਿਕਾਰੀ ਅਫਸਰਾਂ ਦੇ ਤਬਾਦਲਿਆਂ ਤੋਂ ਇਲਾਵਾ ਸਾਨੂੰ ਹੋਰ ਕੋਈ ਫੈਸਲੇ ਸਰਕਾਰ ਦੇ ਮੋਟੇ-ਮੋਟੇ ਦਿਸ ਹੀ ਨਹੀਂ ਰਹੇ। ਫਲਾਂ ਜ਼ਿਲ੍ਹੇ ਦਾ SSP ਫਲਾਂ 'ਚ ਤਬਦੀਲ ਕਰ ਦਿਓ, ਫਲਾਂ ਜ਼ਿਲ੍ਹੇ ਦਾ SSP ਫਲਾਂ 'ਚ ਤਬਦੀਲ ਕਰ ਦਿਓ, ਫਲਾਂ ਨੂੰ DGP ਬਣਾ ਦਿਓ, ਫਲਾਂ ਨੂੰ ਵਿਜੀਲੈਂਸ ਦਾ ਮੁਖੀ ਬਣਾ ਦਿਓ। ਆਹ ਕੁਛ ਹੋ ਰਿਹਾ ਹੈ। ਕਿਉਂਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ? ਕਿਉਂਕਿ ਇਸ ਦੇ ਪਿੱਛੇ ਸਿਆਸੀ ਮਫਾਦ ਨੇ। ਕਿਸ ਦਾ ਮਿੱਤਰ, ਕਿਸ ਦਾ ਭਰਾ, ਕਿਸ ਦਾ ਰਿਸ਼ਤੇਦਾਰ, ਕਿਹੜੇ ਜ਼ਿਲ੍ਹੇ ਦਾ SSP ਹੋਣਾ ਚਾਹੀਦਾ ਹੈ, ਮੋਹਾਲੀ ਦਾ SSP ਕੌਣ ਹੋਣਾ ਚਾਹੀਦਾ ਹੈ, ਫਾਜ਼ਿਲਕੇ ਦਾ SSP ਕੌਣ ਹੋਣਾ ਚਾਹੀਦਾ ਹੈ, ਨਵਾਂ ਸ਼ਹਿਰ ਦਾ SSP ਕੌਣ ਹੋਣਾ ਚਾਹੀਦਾ ਹੈ, DGP ਕਿਹੜਾ ਹੋਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ DGP ਤੋਂ ਲੈ ਕੇ ਪਰੇਸ਼ਾਨ ਹੈ ਕਿ ਵੀ DGP ਕਿਵੇਂ ਵੱਖਰਾ ਹੋ ਗਿਆ। ਕਿਉਂਕਿ ਸਾਡਾ ਤਾਂ ਪੂਰਾ ਸਿਸਟਮ, ਐਡਮਿਨਿਸਟ੍ਰੇਸ਼ਨ, ਲਾਅ ਐਂਡ ਆਰਡਰ ਤੇ ਕਾਨੂੰਨ ਵਿਵਸਥਾ ਨੂੰ ਕਾਬੂ ਕਰਨ ਦਾ ਜਿਹੜਾ ਮਹਿਕਮਾ ਪੁਲਿਸ ਦਾ ਹੈ, ਉਹ ਬੇਸਿਕਲੀ ਚਾਪਲੂਸਾਂ ਦੀ ਇੱਕ ਜਮਾਤ ਬਣ ਕੇ ਰਹਿ ਚੁੱਕੀ ਹੈ। ਇਹ ਪੁਲਿਸ ਦੇ ਅਫਸਰ ਨਹੀਂ, ਮੈਂ ਇਹਨਾਂ ਨੂੰ ਮੰਨਦਾ, ਇਹ ਬੇਸਿਕਲੀ ਚਾਪਲੂਸਾਂ ਦੀ ਇੱਕ ਅਜਿਹੀ ਜਮਾਤ ਹੈ ਜੋ ਕਿ ਸਰਕਾਰ ਜਾਂ ਮਿਨਿਸਟਰੀਆਂ ਬਦਲਣ ਉੱਤੇ, ਮੰਤਰੀ, ਮੁੱਖ ਮੰਤਰੀ ਬਦਲਣ ਉੱਤੇ ਆਪਣੀ ਮਲਾਈਦਾਰ ਜਿਹੜੇ ਜ਼ਿਲ੍ਹੇ ਹੈਗੇ ਨੇ ਉਹਨਾਂ 'ਚ ਆਪਣੇ ਅਹੁਦੇ ਤੇ ਉਹਨਾਂ ਦੇ ਜਿਹੜੇ ਜ਼ਿਲ੍ਹਿਆਂ ਦੇ ਮੁਖੀ ਹੋਣ ਦੀ ਗੱਲ ਸੋਚਦੇ ਨੇ। ਚੰਗੇ ਮਹਿਕਮੇ ਲੈਣਾ ਹੀ ਪ੍ਰਾਇੋਰਟੀ ਹੈ। ਇਹਨਾਂ ਲਈ ਲਾਅ ਐਂਡ ਆਰਡਰ, ਕਾਨੂੰਨ ਵਿਵਸਥਾ ਕੋਈ ਵੱਡੀ ਗੱਲਬਾਤ ਨਹੀਂ ਹੈ। ਸਭ ਤੋਂ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਐਡਾ ਵੱਡਾ ਨੈਰੇਟਿਵ ਬੀਤੇ ਤਕਰੀਬਨ 1.5 ਦਹਾਕੇ 'ਚ ਆਪਾਂ ਸਿਰਜਦਾ ਹੋਇਆ ਵੇਖਿਆ। ਨਵਜੋਤ ਸਿੰਘ ਸਿੱਧੂ ਹਰ ਚੌਥੇ ਦਿਨ ਇੱਕ ਟਵੀਟ ਕਰਦੇ ਨੇ ਵੀ ਜੀ ਅੱਜ ਲਿਫਾਫਾ ਖੁੱਲੂਗਾ, ਹਾਈ ਕੋਰਟ ਦੇ ਵਿੱਚ ਅੱਜ ਉਹ ਰਿਪੋਰਟ ਸੀਲਬੰਦ ਜਿਹੜੀ ਹੈਗੀ ਹੈ, STF ਦੀ ਰਿਪੋਰਟ ਹੈਗੀ ਹੈ, ਉਹ ਖੁੱਲੂਗੀ। ਮੈਂ ਤਾਂ ਰਿਪੋਰਟਾਂ ਕਰ ਚੁੱਕਾ ਹਾਂ। ਉਹ ਜਿਹੜੀ ਚੀਜ਼ਾਂ ਲਿਫਾਫੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਖੁੱਲ੍ਹਣੀਆਂ ਨੇ ਨਾ, ਤੁਸੀਂ ਰਿਤੇਸ਼ ਲਖੀਆਂ ਅਨਪਲੱਗ 'ਤੇ ਜਾ ਕੇ ਲੱਭ ਲਿਓ ਵੀ ਕਿਹੜੇ ਤਸਕਰ ਜਿਹੜੇ ਕੈਨੇਡਾ 'ਚ ਬੈਠੇ ਨੇ, ਉਹਨਾਂ ਦੇ ਕਿਹੜੇ ਤਾਰ ਜੁੜਦੇ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ, ਪੁਲਿਸ ਪੰਜਾਬ ਲਿਆ ਨਹੀਂ ਪਾ ਰਹੀ। ਉਹ ਸਾਰੀਆਂ ਗੱਲਾਂ ਬਾਤਾਂ ਉਹ ਖੁਦ ਨਵਜੋਤ ਸਿੰਘ ਸਿੱਧੂ ਕੋਲ ਰਿਪੋਰਟ ਲੀਕ ਕਰ ਚੁੱਕੇ ਨੇ ਅੱਜ ਤੋਂ ਕਈ ਸਾਲ ਪਹਿਲਾਂ। ਸੋ ਹੁਣ ਰੋਜ਼ ਆਪਾਂ ਇਹ ਕਹਿ ਕੇ ਜੀ ਹਾਈ ਕੋਰਟ ਦੇ ਵਿੱਚ ਲਿਫਾਫਾ ਖੁੱਲ੍ਹਣਾ ਹੈ, ਮਤਲਬ ਸਿਮ ਖੁੱਲ੍ਹਣੀ ਹੈ, ਤਾਂ ਸਿਮ ਦੇ ਵਿੱਚ ਕੁਝ ਵੀ ਨਹੀਂ ਹੈ, ਸਭ ਕੁਝ ਪਹਿਲਾਂ ਹੀ ਪਬਲਿਕ ਡੋਮੇਨ ਦੇ ਵਿੱਚ ਹੈ। ਗੱਲਾਂ ਬਾਤਾਂ ਜੇ ਮੀਡੀਆ ਅੱਜ ਦਾ ਨਹੀਂ ਕਰਦਾ, ਉਹ ਜਿਹੜੇ ਨਸ਼ੇ ਦੇ ਤਸਕਰ ਤੇ ਵਪਾਰੀ ਬੈਠੇ ਨੇ, ਵੱਡੇ ਜਿਹੜੇ ਕਿੰਗ ਪਿਨ ਬੈਠੇ ਨੇ ਕੈਨੇਡਾ ਦੇ ਵਿੱਚ, ਜਿਨ੍ਹਾਂ ਨੂੰ ਕੈਨੇਡਾ ਸਰਕਾਰ ਭਾਰਤ ਨੂੰ ਸੌਂਪਣ ਨੂੰ ਤਿਆਰ ਨਹੀਂ, ਤੇ ਉਹ ਤਾਂ ਪ੍ਰੋਬਲਮ ਸਾਡੀ ਹੈ ਨਾ ਵੀ ਅਸੀਂ ਸਹੀ ਕੁਐਸਚਨ ਨਹੀਂ ਕੀਤੇ
ਲੇਕਿਨ ਕੋਈ ਐਸੀ ਚੀਜ਼ ਤਾਂ ਛੁਪੀ ਨਹੀਂ ਹੈ। ਮੈਂ ਜਿਹੜਾ ਪੁਆਇੰਟ ਤੇ ਆਉਣਾ ਚਾਹ ਰਿਹਾ, ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਵੀ ਹਾਈ ਕੋਰਟ ਦੇ ਵਿੱਚ ਜਿਹੜਾ ਲਿਫਾਫਾ ਬੰਦ ਪਿਆ ਹੈ, ਜਿਹੜੀ ਜਾਂਚ ਕਹਿੰਦੇ ਨੇ ਵੀ ਐਸਟੀਐਫ ਨੇ ਕੀਤੀ। ਤੁਹਾਨੂੰ ਪਤਾ ਹਰਪ੍ਰੀਤ ਸਿੰਘ ਸਿੱਧੂ ਐਸਟੀਐਫ ਨੇ ਜਿਹੜੀ ਜਾਂਚ ਕੀਤੀ, ਜਿਹਨੂੰ ਆਪਾਂ ਕਹਿੰਦੇ ਵੀ ਸੋ ਕਾਲਡ ਸਪੈਸ਼ਲ ਟਾਸਕ ਫੋਰਸ, ਕੁਝ ਨਹੀਂ ਕੀਤਾ ਉਹਨਾਂ ਨੇ। ਇੱਕ ਸੈਂਟਰਲ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ, ਉਸ ਦੇ ਇੱਕ ਜਿਹੜੇ ਅਸਿਸਟੈਂਟ ਡਾਇਰੈਕਟਰ ਬਾਅਦ ਦੇ ਵਿੱਚ ਜੁਆਇੰਟ ਡਾਇਰੈਕਟਰ ਵੀ ਬਣੇ, ਨਿਰੰਜਨ ਸਿੰਘ ਦੀ ਰਿਪੋਰਟ ਨੂੰ ਨੱਥੀ ਕਰਕੇ ਇੱਕ ਲਾਈਨ ਲਿਖਤੀ, ਹਾਂਜੀ ਇਹਦੇ ਵਿੱਚ ਪੰਜਾਬ ਦੇ ਜਿਹੜੇ ਸਾਬਕਾ ਮਾਲ ਮੰਤਰੀ ਸੀ ਵਿਕਰਮ ਸਿੰਘ ਜਿਹੜਾ ਮਜੀਠੀਆ, ਉਹਨਾਂ ਦੀ ਵੀ ਭੂਮਿਕਾ ਸਾਹਮਣੇ ਉਜਾਗਰ ਹੋ ਰਹੀ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਬਸ ਇੱਕ ਲਾਈਨ ਲਿਖ ਕੇ ਪੂਰੀ ਦੀ ਪੂਰੀ ਜਿਹੜੀ ਰਿਪੋਰਟ ਹੈ ਈਡੀ ਦੀ, ਫਿਰ ਉਹੀ ਸੈਂਟਰਲ ਏਜੰਸੀ ਦੀ। ਤੋ ਸੈਂਟਰਲ ਏਜੰਸੀ ਦੀ ਰਿਪੋਰਟ ਨੂੰ ਆਧਾਰ, ਯਾਨੀ ਕਿ ਇੰਨੇ ਸਾਲ ਦੇ ਵਿੱਚ ਪੰਜਾਬ ਦੀ ਐਸਟੀਐਫ ਨੇ ਆਪਣੇ ਪੱਧਰ ਤੇ ਕੁਝ ਨਹੀਂ ਕੀਤਾ। ਈਡੀ ਸੈਂਟਰਲ ਏਜੰਸੀ ਦੀ ਰਿਪੋਰਟਾਂ ਨੂੰ ਅਸੀਂ ਨੱਥੀ ਕਰਕੇ ਕੱਟ ਕਾਪੀ ਪੇਸਟ ਫਾਰਵਰਡ ਅਪੈਂਡ ਤੇ ਹਾਈ ਕੋਰਟ ਚ ਲਾ ਕੇ ਅਸੀਂ ਕਿਹੜੀਆਂ ਡੀਂਗਾ ਮਾਰ ਰਹੇ ਹਾਂ। ਆਪਣੀ ਜੇਲ੍ਹਾਂ ਅਸੀਂ ਸੁਰੱਖਿਅਤ ਨਹੀਂ ਕਰ ਪਾ ਰਹੇ। ਨਸ਼ਿਆਂ ਦੇ ਉੱਤੇ ਸਾਨੂੰ ਈਡੀ ਦੀ ਰਿਪੋਰਟ ਤੇ ਨਿਰਭਰ ਕਰਨਾ ਪੈ ਰਿਹਾ ਹੈ। ਈਡੀ ਦੀਆਂ ਹੋਰ ਵੀ ਰਿਪੋਰਟਾਂ ਨੇ ਜਿਸ ਦੇ ਵਿੱਚ ਪੰਜਾਬ ਦੇ ਤਕਰੀਬਨ 7 ਤੇ 8 ਐਮਐਲਏ ਨਕਲੀ ਤੇ ਜ਼ਹਿਰੀਲੀ ਸ਼ਰਾਬ ਦੇ ਮਾਮਲਿਆਂ ਦੇ ਵਿੱਚ ਉਹਨਾਂ ਦੇ ਨਾਂ ਉੱਭਰੇ ਹੈਗੇ ਨੇ। ਉਹਨਾਂ ਉੱਤੇ ਤਾਂ ਕਦੇ ਵੀ ਇਹ ਪੰਜਾਬ ਦੀ ਜਿਹੜੀ ਮਿਨਿਸਟਰੀ ਹੈਗੀ ਆ, ਪੰਜਾਬ ਦੇ ਸਾਰੇ ਪੋਲੀਟੀਸ਼ੀਅਨ ਹੋ ਹੱਲਾ ਨਹੀਂ ਕਰਦੇ। ਸੋ ਸਵਾਲ ਬੜੇ ਵੱਡੇ ਖੜੇ ਹੁੰਦੇ ਨੇ। ਆਪਾਂ ਦੇਖੋ ਸੰਘੀ ਢਾਂਚਾ ਫੈਡਰਲ ਸਟਰਕਚਰ ਦੀ ਹੁਣ ਮੈਂ ਗੱਲ ਕਰ ਲੈਣਾ, ਬਹੁਤ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ। ਮੈਂ ਕੱਲ੍ਹ ਕਿਸੇ ਐਨਆਰਆਈ ਕੋਈ ਰੇਡੀਓ ਹੈ ਜੋ ਕਿ ਵਿਦੇਸ਼ ਦੇ ਵਿੱਚ ਚੱਲਦਾ ਹੈ, ਮੈਂ ਕੱਲ੍ਹ ਇੱਕ ਰੇਡੀਓ ਦੇ ਉੱਤੇ ਇੱਕ ਕੈਨੇਡੀਅਨ ਰੇਡੀਓ ਸਟੇਸ਼ਨ ਦੇ ਉੱਤੇ ਗੱਲ ਕਰ ਰਿਹਾ ਸੀ ਤੇ ਉੱਥੇ ਬਹੁਤ ਅਲੱਗ-ਅਲੱਗ ਕਿਸਮ ਦੀਆਂ ਖਬਰਾਂ ਜੀ ਕਿ ਹੁਣ ਤਾਂ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਜਿਹੜਾ ਹੈ ਉਹ ਵੀ ਬੀਐਸਐਫ ਦੇ ਅੰਡਰ ਆ ਜਾਏਗਾ, ਬੀਐਸਐਫ ਜਿਹੜੀ ਪੰਜਾਬ ਪੁਲਿਸ ਦੀਆਂ ਸ਼ਕਤੀਆਂ ਲੈ ਲੇਗੀ। ਇਹ ਜਿਹੜਾ ਕੂੜ ਪ੍ਰਚਾਰ ਜਾਂ ਦੁਸ਼ਪ੍ਰਚਾਰ ਹੈ ਉਹ ਬਹੁਤ ਹੀ ਮੰਦਭਾਗਾ ਮੈਨੂੰ ਲੱਗਦਾ ਹੈ ਤੇ ਬਹੁਤ ਹੀ ਇਲ ਇਨਫੋਰਮਡ ਤੇ ਬਹੁਤ ਹੀ ਆਪਾਂ ਕਹਿ ਲਈਏ ਵੀ ਇੱਕ ਲਗਭਗ ਅਨਪੜ੍ਹਤਾ ਇਸ ਨੂੰ ਆਪਾਂ ਮੰਨਿਆ ਜਾ ਸਕਦਾ ਹੈ। ਬੌਧਿਕ ਅਨਪੜ੍ਹਤਾ ਮੈਂ ਇਸ ਨੂੰ ਕਹਾਂਗਾ। ਇੰਟੈਲੈਕਚੁਅਲ ਬੈਂਕਰਪਸੀ ਸਾਡੇ ਵਿੱਚ ਹੈ, ਜਦੋਂ ਕਿ ਅਸੀਂ ਇਹ ਸਮਝਦੇ ਨਹੀਂ ਵੀ ਬੀਐਸਐਫ ਦਾ ਅਧਿਕਾਰ ਖੇਤਰ ਕੀ ਹੈ। ਬੀਐਸਐਫ ਪੁਲਿਸਿੰਗ ਦੇ ਮਾਮਲੇ 'ਚ ਇਨਵੋਲਵ ਨਹੀਂ ਹੋ ਸਕਦੀ, ਲੇਕਿਨ ਸਾਡੇ ਤੋਂ ਪੁਲਿਸਿੰਗ ਕਰਦਿਆਂ ਹੋਇਆਂ ਵੀ ਉਹ ਕੰਮ ਨਹੀਂ ਹੋ ਪਾ ਰਹੇ। ਸਾਡੇ ਤੋਂ ਤਸਕਰੀ ਤੇ ਰੋਕ ਨਹੀਂ ਲੱਗ ਪਾ ਰਹੀ, ਆਰਮਸ ਦੀ ਸਮਗਲਿੰਗ ਤੇ ਰੋਕ ਨਹੀਂ ਲੱਗ ਪਾ ਰਹੀ। ਕਈ ਕਾਰਨ ਹੈਗੇ ਨੇ ਜਿਨ੍ਹਾਂ ਦੇ ਕਾਰਨ ਕੇਂਦਰ ਨੇ ਦਾਇਰਾ ਵਧਾਇਆ। ਹੁਣ ਆਪਾਂ ਗੱਲ ਫੈਡਰਲਿਜ਼ਮ ਦੀ ਕਰ ਲੈਂਦੇ, ਜੋ ਕਿ ਬਹੁਤ ਵੱਡਾ ਮੂਲ ਇਸ਼ੂ ਹੈ, ਕਿਉਂਕਿ ਮੁੱਢਲੇ ਤੌਰ ਤੇ ਮੈਂ ਮੰਨਦਾ ਵੀ ਕੇਂਦਰ ਸਰਕਾਰ ਨੇ ਜੋ ਵੀ ਕੀਤਾ ਹੈ, ਮੈਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਜਮਾਤਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਇਹ ਕਹਿ ਰਹੇ ਨੇ ਆਪਸ ਦੇ ਵਿੱਚ ਇਹਨਾਂ ਦੇ ਮਫਾਦ ਹੋ ਸਕਦੇ ਨੇ, ਕੋਈ ਕਿਸੇ ਪਾਰਟੀ ਨੂੰ ਖੁਸ਼ ਕਰਨ ਲਈ ਉਹਦੇ ਵਿੱਚ ਆਪਣੀ ਥਾਂ ਬਣਾਉਣ ਲਈ ਇੱਕ ਬਿਆਨ ਕੈਪਟਨ ਅਮਰਿੰਦਰ ਸਿੰਘ ਵਰਗਾ ਲੀਡਰ ਕਰ ਰਿਹਾ ਹੋ ਸਕਦਾ ਹੈ ਤੇ ਬਾਕੀ ਲੀਡਰਾਂ ਨੇ ਆਪਣੀ ਜਿਹੜੀ ਰਵਾਇਤੀ ਸਿਆਸਤ ਕਰਨੀ ਹੈ, ਸੰਘੀ ਢਾਂਚੇ ਲਈ ਤੌਬਾ ਮਚਾਣੀ ਹੈ, ਉਹ ਕਰ ਸਕਦੇ ਨੇ। ਲੇਕਿਨ ਜਿੱਥੇ ਤੱਕ ਫੈਡਰਲ ਸਟਰਕਚਰ ਦੀ ਗੱਲ ਹੈ, ਇਹ ਮੂਲ ਤੌਰ ਤੇ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਇੱਕ ਗਲਤ ਕਦਮ ਹੈ। ਮੈਂ ਇਸ ਨੂੰ ਗਲਤ ਕਦਮ ਮੰਨਦਾ। ਜੇ ਆਪਾਂ ਇੱਕ ਫੈਡਰਲ ਸਟਰਕਚਰ ਦੀ ਗੱਲ ਕਰਦੇ ਹਾਂ, ਆਪਾਂ ਇੱਕ ਸੰਘੀ ਢਾਂਚੇ ਦੀ ਗੱਲ ਕਰ ਰਹੇ ਜਿਸ ਵਿੱਚ ਕਿ ਅਖਤਿਆਰ ਜਿਹੜੇ ਹੈਗੇ ਨੇ ਉਹ ਸੂਬਿਆਂ ਕੋਲ ਹੋਣੇ ਚਾਹੀਦੇ ਹੈਗੇ ਨੇ। ਲੇਕਿਨ ਸੰਘੀ ਢਾਂਚੇ ਦੀ ਕਦਰ ਅੱਜ ਤੱਕ ਕੀਤੀ ਕਿਸਨੇ ਪਿਛਲੇ 20-25 ਸਾਲਾਂ 'ਚ? ਇਹ ਵੀ ਥੋੜ੍ਹਾ ਜਿਹਾ ਸਮਝ ਲਈਏ। ਉਹ ਅਕਾਲੀ ਦਲ ਜਿਸ ਨੇ ਸਭ ਤੋਂ ਪਹਿਲਾਂ ਰੌਲਾ ਪਾਇਆ, ਜੋ ਕਿ ਚਰਨਜੀਤ ਚੰਨੀ ਨੂੰ ਸਲਾਹਾਂ ਦੇ ਰਿਹਾ ਵੀ ਕੇਂਦਰ ਸਰਕਾਰ ਦੇ ਨਾਲ ਇਸ ਮੁੱਦੇ ਨੂੰ ਟੇਕਅਪ ਕਰੋ। ਮੈਂ ਸੁਨੀਲ ਜਾਖੜ ਨੇ ਇੱਕ ਟੀਚਰ ਕਰਦੇ ਹੋਏ ਚਰਨਜੀਤ ਚੰਨੀ ਦੇ ਇੱਕ ਟਵੀਟ ਉਹਨਾਂ ਨੇ ਸ਼ੇਅਰ ਕੀਤਾ ਜਿਸ ਵਿੱਚ ਕਿ ਕਿਸੇ ਪੱਤਰਕਾਰ ਨੇ ਇੱਕ ਜ਼ਿਕਰ ਕੀਤਾ ਹੋਇਆ ਸੀ ਵੀ ਚਰਨਜੀਤ ਚੰਨੀ ਕੀ ਗੱਲ ਕਰਕੇ ਆਏ ਸੀਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ। ਉਹਨਾਂ ਨੇ ਕਿਹਾ ਸੀ ਵੀ ਬਾਰਡਰ ਸੀਲ ਕਰਤੇ ਜਾਣੇ ਚਾਹੀਦੇ ਨੇ ਤੇ ਕੇਂਦਰ ਸਰਕਾਰ ਨੇ ਐਡਾ ਵੱਡਾ ਕੰਮ ਕਰ ਲਿਆ। ਸੋ ਚਰਨਜੀਤ ਚੰਨੀ ਦੇ ਸਿਰ ਤੇ ਠੀਕਰਾ ਭੰਨ ਦਿਓ ਵੀ ਤੁਸੀਂ ਹੋਮ ਮਿਨਿਸਟਰ ਦੇ ਨਾਲ ਜਾ ਕੇ ਅਮਿਤ ਸ਼ਾਹ ਦੇ ਨਾਲ ਐਸੀ ਗੱਲ ਕਰਿਆ ਤੇ ਉਹਨਾਂ ਨੇ ਤਾਂ ਦਾਇਰਾ ਵਧਾਤਾ ਬੀਐਸਐਫ ਦੇ ਕੰਮਕਾਜ ਕਰਨ ਦਾ। ਤੇ ਇਸ ਚੀਜ਼ ਨੂੰ ਕਾਂਗਰਸ ਦਾ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਰਗਾ, ਮੈਂ ਤਾਂ ਉਹਨਾਂ ਨੂੰ ਸੀਜ਼ਨਡ ਪੋਲੀਟੀਸ਼ੀਅਨ ਅੱਜ ਵੀ ਮੰਨਦਾ, ਉਹ ਇੱਕ ਟੀਚਰ ਦੀ ਸ਼ਕਲ ਦੇ ਵਿੱਚ ਸਾਹਮਣੇ ਲੈ ਕੇ ਆ ਰਿਹਾ ਹੈ। ਮੈਨੂੰ ਥੋੜ੍ਹੀ ਹੈਰਾਨੀ ਹੈ ਵੀ ਲੀਡਰ ਕਿਵੇਂ, ਇਹਦਾ ਕੀ ਕੋਰਿਲੇਸ਼ਨ ਹੈ? ਚਰਨਜੀਤ ਚੰਨੀ ਜੇ ਆਪਣੇ ਸੂਬੇ ਦੇ ਵਿੱਚ ਉਸਦੇ ਬਾਰਡਰ ਦੇ ਵਿੱਚ ਬਾਰਡਰ ਸੀਲ ਕਰਨ ਦੀ, ਉੱਥੋਂ ਜੇ ਨਸ਼ਿਆਂ ਦੀ ਖੇਪ ਨੂੰ ਸਪਲਾਈ ਨੂੰ ਰੋਕਣ ਦੇ ਲਈ ਹੋਰ ਸਖਤੀ ਕੀਤੇ ਜਾਣ ਦੀ ਮੰਗ ਕਰ ਰਿਹਾ ਤੇ ਉਸ ਤੋਂ ਕੁਝ ਦਿਨ ਬਾਅਦ ਜੇ ਕੇਂਦਰ ਸਰਕਾਰ ਉਹ ਦਾਇਰੇ ਨੂੰ 15 ਕਿਲੋਮੀਟਰ ਤੋਂ 50 ਕਿਲੋਮੀਟਰ ਇਕੱਲੇ ਪੰਜਾਬ ਲਈ ਨਹੀਂ ਬਲਕਿ ਦੇਸ਼ ਦੇ ਤਕਰੀਬਨ 1 ਦਰਜਨ ਸੂਬਿਆਂ ਲਈ ਕਰ ਦਿੰਦੀ ਹੈ, ਵਧਾ ਦਿੰਦੀ ਹੈ, ਉਹ ਤਰਮੀਮਾਂ ਕਰ ਲੈਂਦੀ ਹੈ, ਤਾਂ ਉਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਸਿਰ ਦੇ ਉੱਤੇ ਠੀਕਰਾ ਕਿਵੇਂ ਫੋੜਿਆ ਜਾ ਸਕਦਾ ਹੈ? ਹਰਸਿਮਰਤ ਬਾਦਲ ਦੇ ਟਵੀਟ ਦੇਖ ਲਈਏ, ਅਕਾਲੀ ਦਲ ਦੇ ਟਵੀਟ ਦੇਖ ਲਈਏ, ਸਾਰੇ ਆਪਣੀ ਮਤਲਬ ਥਰਡ ਰੇਟ ਦੀ ਜਿਹੜੀ ਪੋਲੀਟਿਕਸ ਕਹਿੰਦੇ। ਮੈਂ ਤਾਂ ਕੁਝ ਟਵੀਟ ਕੀਤੇ ਵੀ ਨੇ ਜਿਨ੍ਹਾਂ 'ਚ ਮੈਂ ਸਵਾਲ ਕੀਤੇ ਨੇ ਵੀ ਇਹ ਲੋਕਾਂ ਨੂੰ ਸੰਘੀ ਢਾਂਚੇ ਦੀ ਬੜੀ ਚਿੰਤਾ ਹੈਗੀ ਹੈ। ਜਦੋਂ ਆਰਟੀਕਲ 370 ਜੰਮੂ ਕਸ਼ਮੀਰ ਦੇ ਵਿੱਚ ਐਬਰੋਗੇਟ ਕੀਤਾ ਜਾਂਦਾ ਹੈ, ਭੰਗ ਕੀਤਾ ਜਾਂਦਾ, ਉਸ ਵਕਤ ਅਕਾਲੀ ਦਲ ਉਸ ਦੀ ਫੇਵਰ ਦੇ ਵਿੱਚ ਲੋਕ ਸਭਾ ਵਿੱਚ ਭੁਗਤਦਾ ਹੈ। ਸੁਖਬੀਰ ਬਾਦਲ ਹੀ ਇੱਕ ਮੈਂਬਰ ਪਾਰਲੀਮੈਂਟ ਹੁੰਦੇ ਨੇ। ਇਹ ਉਹੀ ਲੋਕ ਨੇ, ਇਹ ਉਹੀ ਪਾਰਟੀ ਆ ਅਕਾਲੀ ਦਲ ਜਿਹੜੀ ਕਿ ਲੜਦੀ ਰਹੀ ਅਨੰਦਪੁਰ ਸਾਹਿਬ ਮਤੇ ਲਈ। ਅਨੰਦਪੁਰ ਸਾਹਿਬ ਮਤੇ ਦੇ ਵਿੱਚ ਵੀ ਪੰਜਾਬ ਨੂੰ ਇੱਕ ਸਪੈਸ਼ਲ ਸਟੇਟਸ ਮਿਲਣ ਦੀ ਜਾਂ ਦਿਵਾਉਣ ਦੀ ਮੰਗ ਇੱਕ ਬੇਸਿਕ ਮੰਗ ਸੀ, 1947 ਤੋਂ ਤੁਰੀ ਜਾਂਦੀ ਮੰਗ। ਜੰਮੂ ਕਸ਼ਮੀਰ ਨੂੰ ਮਿਲ ਰੱਖੀ ਸੀ। ਜਦੋਂ ਉਸ ਨੂੰ ਸਟੇਟਸ ਭੰਗ ਕੀਤਾ ਜਾਂਦਾ ਤਾਂ ਪੰਜਾਬ ਦੀ ਉਸੇ ਰਿਵਾਇਤੀ ਅਕਾਲੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਇਹਨਾਂ ਦਾ ਸੰਘੀ ਕਿਰਦਾਰ ਹੈ।
ਖੇਤੀ ਕਾਨੂੰਨ ਲਗਾ ਲਈਏ। ਖੇਤੀ ਕਾਨੂੰਨਾਂ ਦੇ ਉੱਤੇ ਤੁਹਾਨੂੰ ਤਦ ਤੱਕ ਜਦ ਤੱਕ ਲੋਕ ਤੁਹਾਡੇ ਘਰਾਂ ਦੇ ਦੁਆਲੇ ਨਹੀਂ ਹੋ ਗਏ, ਜਦ ਤੱਕ ਤੁਹਾਨੂੰ ਇਹ ਸਮਝ ਨਹੀਂ ਆ ਗਿਆ ਵੀ ਹੁਣ ਤੁਹਾਡੀ ਜਿਹੜੀ ਰੂਰਲ ਬੇਸਡ ਪੂਰਾ ਵੋਟ ਬੈਂਕ ਹੈ, ਤੁਹਾਡਾ ਜਿਹੜਾ ਜ਼ਮੀਂਦਾਰਾਂ ਦੇ ਉੱਤੇ ਆਧਾਰਿਤ ਨਿਰਭਰ ਕਰਨ ਵਾਲਾ ਤੁਹਾਡਾ ਇੱਕ ਵੋਟ ਦਾ ਇੱਕ ਜਿਹੜਾ ਪਿਟਾਰਾ ਹੈ ਉਸਨੇ ਹੁਣ ਲੁੱਟਿਆ ਜਾਣਾ ਹੈ, ਉਸ ਵਕਤ ਤੁਸੀਂ ਜਾ ਕੇ ਕੇਂਦਰ ਦੇ ਵਿੱਚੋਂ ਅਸਤੀਫਾ ਦਿੰਦੇ ਹੋ। ਅਦਰਵਾਈਜ਼ ਤਾਂ ਤੁਸੀਂ ਕੁਰਸੀਆਂ ਨਾਲ ਚਿਪਕ ਕੇ ਬੈਠਦੇ ਹੋ, ਉਹਨਾਂ ਮੀਟਿੰਗਾਂ ਦਾ ਹਿੱਸਾ ਹੁੰਦੇ ਹੋ। ਤੇ ਇੱਕ ਬਜ਼ੁਰਗ ਪੋਲੀਟੀਸ਼ੀਅਨ ਪ੍ਰਕਾਸ਼ ਸਿੰਘ ਬਾਦਲ ਤੋਂ ਇੱਕ ਮੀਡੀਆ ਦੇ ਵਿੱਚ ਇਹ ਬਿਆਨ ਦਿਵਾਤਾ ਜਾਂਦਾ ਵੀ 3 ਖੇਤੀ ਕਾਨੂੰਨ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਪੱਖ ਵਿੱਚ ਨੇ। ਜਦੋਂ ਉਹਨਾਂ ਕਾਨੂੰਨਾਂ ਨੂੰ ਤੁਸੀਂ ਸਹੀ ਆਂਕਦੇ ਹੋ ਜਾਂ ਉਹਨਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹੋ, ਬਾਅਦ ਦੇ ਵਿੱਚ ਠੀਕ ਹੈ ਤੁਸੀਂ ਆਪਣੇ ਸਿਆਸੀ ਮਜਬੂਰੀ ਕਾਰਨ ਉਹ ਅਸਤੀਫੇ ਦਿੱਤੇ, ਲੇਕਿਨ ਉਸ ਵਕਤ ਤੁਹਾਨੂੰ ਸੰਘੀ ਢਾਂਚੇ ਜਾਂ ਕਦਰਾਂ ਕੀਮਤਾਂ ਦੇ ਉੱਤੇ ਪੈ ਰਹੇ ਇਸ ਡਾਕੇ ਦੀ ਲੋੜ ਨਹੀਂ ਮਹਿਸੂਸ ਹੋਈ। ਹੁਣ ਮੈਂ ਦੋਵੇਂ ਪਾਰਟੀਆਂ ਦੀ ਗੱਲ ਕਰ ਲੈਣਾ। ਕਾਂਗਰਸ ਦੀ ਮਨਪ੍ਰੀਤ ਬਾਦਲ ਸਾਹਿਬ ਪੰਜਾਬ ਦੇ ਸੋ ਕਾਲਡ ਬੜੇ ਬ੍ਰਾਈਟ ਖਜ਼ਾਨਾ ਮੰਤਰੀ ਨੇ। ਦੇਸ਼ ਦੇ ਵਿੱਚ ਐਟ ਦ ਸਟ੍ਰੋਕ ਆਫ ਦ ਮਿਡਨਾਈਟ GST ਲਾਗੂ ਹੋ ਜਾਂਦਾ ਹੈ। ਸਭ ਤੋਂ ਵੱਡਾ ਡਾਕਾ ਜੋ ਸੂਬਿਆਂ ਦੇ ਅਖਤਿਆਰਾਂ ਦੇ ਉੱਤੇ ਪਿਆ ਸੀ ਉਹ ਸੀ ਉਹਨਾਂ ਦੇ ਆਰਥਿਕ, ਯਾਨੀ ਕਿ ਉਹਨਾਂ ਦੇ ਫਾਈਨੈਂਸ਼ੀਅਲ, ਉਹਨਾਂ ਦੇ ਇਕਨੋਮਿਕ ਅਖਤਿਆਰਾਂ ਉੱਤੇ ਡਾਕਾ, ਜਦੋਂ ਕਿ ਟੈਕਸੇਸ਼ਨ ਦੀਆਂ ਪਾਵਰਸ ਉਹਨਾਂ ਤੋਂ ਖੋਹ ਲਈਆਂ ਗਈਆਂ ਸੀ। ਇਸ ਨੂੰ ਇੱਕ ਬੜੇ ਹੀ ਇੰਟੈਲੈਕਚੁਅਲ ਤਰੀਕੇ ਦੇ ਨਾਲ ਕਈ ਸਾਲ ਇਸ ਦਾ ਇੱਕ ਬੇਸ ਬਿਲਡ ਕੀਤਾ ਗਿਆ, ਇੱਕ ਆਧਾਰ ਤਿਆਰ ਕੀਤਾ ਗਿਆ। ਟੈਕਸੇਸ਼ਨ ਵਿੱਚ ਜ਼ਿਆਦਾ ਐਫੀਸ਼ੀਐਂਸੀ ਲਿਆਉਣ ਦੇ ਨਾਂ ਦੇ ਉੱਤੇ, ਜ਼ਿਆਦਾ ਕਾਰਗਰਤਾ ਲਿਆਉਣ ਦੇ ਨਾਂ ਦੇ ਉੱਤੇ ਇਸ GST ਦੀ ਪੂਰੀ ਦੀ ਪੂਰੀ ਮੂਵ ਨੂੰ ਇੱਕ ਰਿਫਾਰਮ ਦਾ ਨਾਂ ਦਿੱਤਾ ਗਿਆ। ਜਦੋਂ GST ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਰਾਤ ਦੇ 12 ਵਜੇ ਯਾਨੀ ਕਿ ਦ ਸਟ੍ਰੋਕ ਆਫ ਦ ਮਿਡਨਾਈਟ ਉਸ ਨੂੰ ਹਰੀ ਝੰਡੀ ਮਿਲਦੀ ਹੈ, ਉਸ ਨੂੰ ਦੋਵੇਂ ਹਾਊਸਾਂ ਦੇ ਵਿੱਚ, ਸਦਨ ਦੇ ਵਿੱਚ ਇੱਕ ਬੜੇ ਹੀ ਵੱਡੇ ਮਹੋਤਸਵ ਦੇ ਰੂਪ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ। ਤੇ ਪੰਜਾਬ ਦਾ ਖਜ਼ਾਨਾ ਮੰਤਰੀ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਕਹਿੰਦੀ ਵੀ GST ਨਾਲ ਪੰਜਾਬ ਨੂੰ ਫਾਇਦਾ ਹੋਏਗਾ, ਤੇ 6 ਜਾਂ 7 ਮਹੀਨੇ ਬਾਅਦ ਆਪਣਾ ਭਿਖਾਰੀਆਂ ਨਾਲ ਠੂਠਾਂ ਫੜ ਕੇ ਉਹੀ ਖਜ਼ਾਨਾ ਮੰਤਰੀ ਕਹਿੰਦਾ ਹੋਇਆ ਨਜ਼ਰ ਆਉਂਦਾ ਵੀ GST ਨੇ ਤਾਂ ਸਾਡਾ ਨੁਕਸਾਨ ਕਰਤਾ, ਹੁਣ ਤਾਂ ਸਾਡੇ ਕੋਲ ਆਪਣੇ ਟੈਕਸ ਲਾਉਣ ਦੀ ਨਾ ਤਾਂ ਇਜਾਜ਼ਤ ਹੈ। ਇਹ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ, ਲੇਕਿਨ ਸਾਨੂੰ ਕਿਉਂਕਿ ਗ੍ਰਾਂਟਾਂ ਸਮੇਂ ਤੇ ਨਹੀਂ ਮਿਲ ਰਹੀਆਂ, ਬੈਕਲੌਗ ਹੋ ਰਿਹਾ ਤੇ ਅਸੀਂ ਤਾਂ ਹੁਣ ਕੇਂਦਰ ਦੇ ਸਾਹਮਣੇ ਮੰਗਤੇ ਬਣ ਕੇ ਰਹਿ ਗਏ। ਇਹ ਚੀਜ਼ਾਂ ਪਹਿਲਾਂ ਕਿਸੇ ਨੂੰ ਸਮਝ ਨਹੀਂ ਆਉਂਦੀਆਂ ਸੀ। ਇਹ ਸਾਰੀਆਂ ਪਾਰਟੀਆਂ ਜਦੋਂ GST ਲਾਗੂ ਹੁੰਦਾ ਉਸ ਵਕਤ ਸੁੱਤੀਆਂ ਪਈਆਂ ਹੁੰਦੀਆਂ। ਜਦੋਂ ਆਰਟੀਕਲ 370 ਨੂੰ ਐਬਰੋਗੇਟ ਕੀਤਾ ਹੁੰਦਾ ਪੰਜਾਬ ਦੇ ਸੰਦਰਭ ਦੇ ਵਿੱਚ, ਉਸ ਵਕਤ ਜਦੋਂ ਕਿ ਅਸੀਂ ਪੰਜਾਬ ਦੇ ਲਈ ਇੱਕ ਸਪੈਸ਼ਲ ਸਟੇਟਸ ਮੰਗਦੇ ਰਹੇ ਹਾਂ, ਉਸ ਵਕਤ ਸੁੱਤੀਆਂ ਪਈਆਂ ਹੁੰਦੀਆਂ ਨੇ, ਫਾਰਮ ਲਾਅ ਦੇ ਉੱਤੇ ਸੁੱਤੀਆਂ ਪਈਆਂ ਹੁੰਦੇ ਨੇ। ਤੇ ਅੱਜ BSF ਦਾ ਇੱਕ ਦਾਇਰਾ ਵਧਿਆ ਤੇ ਇਹ ਬਹੁਤ ਜ਼ਿਆਦਾ ਪਾਰਟੀਆਂ ਜਿਹੜੀਆਂ ਹੈ ਉਹ ਤਰਲੋ ਮੱਛੀ ਹੁੰਦੀਆਂ ਨਜ਼ਰ ਆ ਰਹੀਆਂ ਨੇ, ਵਿਚ ਇਜ਼ ਰਿਡਿਕੂਲਸ। ਜੇ ਆਪਾਂ ਸੰਘੀ ਕਦਰਾਂ ਕੀਮਤਾਂ ਨੂੰ ਲੈ ਕੇ ਇੰਨੇ ਜ਼ਿਆਦਾ ਸੁਹਿਰਦਾਂ, ਇੰਨੇ ਜ਼ਿਆਦਾ ਆਪਾਂ ਜਜ਼ਬਾਤੀ ਹਾਂ, ਤਾਂ ਸਾਨੂੰ ਇਹ ਸਾਰੇ ਚੀਜ਼ਾਂ ਨੂੰ ਕ੍ਰੋਨੋਲੋਜੀ ਦੇ ਵਿੱਚ ਦੇਖਣਾ ਪਏਗਾ ਤੇ ਇਸ ਚੀਜ਼ ਨੂੰ ਘੋਖਣਾ ਪਏਗਾ ਵੀ ਅਸੀਂ ਸੰਘੀ ਕਦਰਾਂ ਕੀਮਤਾਂ ਦੇ ਉੱਤੇ ਕਦੋਂ ਪਹਿਰਾ ਦਿੱਤਾ, ਕਦੋਂ ਆਪਣੇ ਸਿਆਸੀ ਮੁਫਾਦਾਂ, ਕੇਂਦਰ ਦੇ ਵਿੱਚ ਕਿਸੇ ਹਾਕਮ ਧਿਰ, ਜੇ NDA ਪਾਵਰਫੁਲ ਹੈ, BJP ਪਾਵਰਫੁਲ ਹੈ, ਤਾਂ ਅਸੀਂ BJP ਨੂੰ ਸਲੂਟ ਵਜਾਇਆ, ਅਕਾਲੀ ਦਲ ਦੀ ਮੈਂ ਗੱਲ ਕਰ ਰਿਹਾ। ਤੇ ਜੇ ਉਸ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਜ਼ਿਆਦਾ ਪਾਵਰਫੁਲ ਸੀ ਤਾਂ ਫਿਰ ਅਮਰਿੰਦਰ ਸਿੰਘ ਜਾਂ ਕਾਂਗਰਸ ਦੀਆਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਸਲੂਟ ਵਜਾਇਆ। ਤੇ ਸੰਘੀ ਕਦਰਾਂ ਕੀਮਤਾਂ ਤੇ ਉਹ ਅਨੰਦਪੁਰ ਸਾਹਿਬ ਦੇ ਮਤੇ ਮੁੱਤੇ ਤਾਂ ਹਵਾ 'ਚ ਹੀ ਰੁੜ ਗਏ। ਉਹਨਾਂ ਨੂੰ ਨਾ ਤਾਂ ਅਕਾਲੀ ਦਲ ਨੇ ਪੁੱਛਿਆ ਜਿਨ੍ਹਾਂ ਦਾ ਪ੍ਰਾਈਮ ਏਜੰਡਾ ਸੀ, ਤੇ ਕਾਂਗਰਸ ਤੋਂ ਤਾਂ ਉਸ ਦੀ ਆਸ ਕੀਤੀ ਨਹੀਂ ਜਾ ਸਕਦੀ ਸੀ ਜਿੰਨੀਆਂ ਮਰਜ਼ੀ ਗੱਲਾਂ ਬਾਤਾਂ ਕਰੀ ਜਾਈਏ। ਸੋ ਉਹਨਾਂ ਹਾਲਾਤਾਂ ਦੇ ਵਿੱਚ ਅੱਜ ਜਦੋਂ ਮੈਂ BSF ਦੇ ਇਹ 35 ਕਿਲੋਮੀਟਰ ਦਾ ਅਧਿਕਾਰ ਖੇਤਰ ਦਾ ਦਾਇਰਾ ਵਧਣ ਦੇ ਉੱਤੇ ਐਡੀ ਹੋ ਹੱਲਾ ਜਾਂ ਐਡੀ ਹਾਈ ਤੌਬਾ ਹੁੰਦੀ ਵੇਖਦਾ, ਮੈਨੂੰ ਥੋੜ੍ਹਾ ਜਿਹਾ ਹਾਸਾ ਵੀ ਆਉਂਦਾ ਹੈ। ਜੇਲ੍ਹਾਂ ਲਈ ਸਾਨੂੰ ਕੇਂਦਰ ਦੀਆਂ ਏਜੰਸੀਆਂ ਚਾਹੀਦੀਆਂ ਨੇ, ਨਸ਼ਿਆਂ ਦੇ ਖਿਲਾਫ ਪੜਤਾਲਾਂ ਕਰਨ ਲਈ ਸਾਨੂੰ ਕੇਂਦਰ ਦੀਆਂ ਏਜੰਸੀਆਂ ED ਵਰਗੀਆਂ ਚਾਹੀਦੀਆਂ ਨੇ। ਆਪਣੇ ਸੂਬਿਆਂ ਦੇ ਅਖਤਿਆਰਾਂ ਜਾਂ ਆਪਣੇ ਸਟੇਟ ਦੇ ਵਿੱਚ ਆਪਾਂ ਕੀ ਹੋ ਰਿਹਾ, ਆਪਾਂ ਇਹ ਵੀ ਥੋੜ੍ਹਾ ਜਿਹਾ ਸਮਝ ਕੇ ਚੱਲੀਏ। ਕਿਤੇ ਨਾ ਕਿਤੇ ਨਾ ਮੈਨੂੰ ਇਹ ਲੱਗਦਾ ਵੀ ਜਿਹੜਾ ਡਰ ਹੈ ਨਾ, ਜਿਹੜੇ ਪੋਲੀਟੀਸ਼ੀਅਨ ਜਾਂ ਖਾਸ ਕਰਕੇ ਜਿਹੜਾ ਪੁਲਿਸ ਬਰਾਸ ਪਰੇਸ਼ਾਨ ਹੋ ਜਾਂਦਾ ਹੈ। ਦੇਖੋ ਬਥੇਰੇ ਤਸਕਰ ਤੇ ਬਥੇਰੀ ਸਮਗਲਿੰਗ ਪੰਜਾਬ ਦੇ ਵਿੱਚ ਹੋ ਰਹੀ ਹੈ। ਹਥਿਆਰਾਂ ਦਾ ਤਾਂ ਚਲੋ ਜੋ ਗੱਲਾਂ ਬਾਤਾਂ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹੈਗੇ ਨੇ ਉਹ ਕਿੰਨਾ ਸੱਚ ਹੈ ਤੇ ਕਿੰਨਾ ਉਹ ਡਰਾ ਰਹੇ ਹੈਗੇ ਨੇ, ਇਹਦੇ 'ਚ ਵੈਸੇ ਬਿਲਕੁਲ ਆਧਾਰਹੀਨ ਗੱਲਾਂ ਨਹੀਂ ਹੈ। ਇਹ ਫੈਕਟ ਹੈ ਵੀ ਹਥਿਆਰ ਪੰਜਾਬ ਦੇ ਵਿੱਚ ਬਹੁਤ ਆ ਰਿਹਾ ਤੇ ਪੰਜਾਬ ਇੱਕ ਕਾਫੀ ਇੱਕ ਸੈਂਸਿਟਿਵ ਜ਼ੋਨ ਮੰਨਿਆ ਜਾਂਦਾ। ਲੇਕਿਨ ਮੈਂ ਤਾਂ ਨਸ਼ਿਆਂ ਦੀ ਗੱਲ ਕਰਨਾ ਚਾਹਾਂਗਾ। ਬਥੇਰੇ ਕੰਮ ਧੜੱਲੇ ਨਾਲ ਚੱਲਦੇ ਪਏ ਨੇ। 15 ਕਿਲੋਮੀਟਰ ਦੀ ਹੱਦ ਤੋਂ ਗਾਹਾਂ ਪੰਜਾਬ ਦੇ ਵਿੱਚ ਕੋਈ ਪੁੱਛਣ ਵਾਲਾ ਨਹੀਂ ਹੈ। ਜੇ ਤੁਹਾਡਾ ਪੁਲਿਸ ਦਾ ਅਫਸਰ ਵਾਕਫ ਹੈ, ਜਾਣਕਾਰ ਹੈ, ਹੇਠਲੇ ਪੱਧਰ ਤੇ, ਉਤਲੇ ਪੱਧਰ ਤੇ, SSP ਦੇ ਪੱਧਰ ਤੇ, ਉਸ ਤੋਂ ਉਤਲੇ ਪੱਧਰ ਦੇ, ਅਸੀਂ ਤਾਂ ਖੈਰ ਰਿਪੋਰਟਾਂ ਕੀਤੀਆਂ ਨੇ ਨਾ ਜਿਸ ਵਿੱਚ ਕਿ ਪੂਰੀ ਛਤਰ ਛਾਇਆ ਦੇ ਤਹਿਤ ਪੰਜਾਬ ਦੇ ਵਿੱਚ ਚਿੱਟੇ ਦਾ ਕਾਰੋਬਾਰ ਹੋਇਆ, ਜਦੋਂ ਕਿ DGP ਲੈਵਲ ਤੱਕ ਦੇ ਅਫਸਰਾਂ ਨੂੰ ਪਤਾ ਹੁੰਦਾ ਸੀ ਵੀ ਇਹ ਜਿਹੜਾ ਚਿੱਟੇ ਦਾ ਕਾਰੋਬਾਰ ਪੰਜਾਬ 'ਚ ਕੌਣ ਕਰ ਰਿਹਾ। ਤੇ ਮੈਂ ਤਾਂ ਇਹ ਕਹਿੰਦਾ ਵੀ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਵੀ ਇਹ ਕੰਮ ਪੁੱਠੇ ਸਿੱਧੇ ਹੋ ਰਹੇ ਨੇ, ਨਸ਼ੇ ਦੀ ਤਸਕਰੀ, ਡਰ ਤਾਂ ਕਿਤੇ ਨਾ ਕਿਤੇ ਇਹੀ ਹੋਏਗਾ ਨਾ ਵੀ ਜੇ BSF, ਜੇ ਪੰਜਾਬ ਪੁਲਿਸ ਦੇ ਹੱਥ ਤਾਂ ਇਹ ਲੋਕ ਚੜ੍ਹਦੇ ਨਹੀਂ ਨਾ। ਪੰਜਾਬ ਪੁਲਿਸ ਸ਼ਾਇਦ ਇਹਨਾਂ ਨੂੰ ਉਨੀ ਛੇਤੀ ਫੜਨਾ ਚਾਹੁੰਦੀ ਹੈ, ਹੱਥ ਪਾਉਂਦੀ ਵੀ ਹੈ ਤਾਂ ਉਹਨੂੰ ਬਚਾਉਣ ਵਾਲੇ 15 ਪੋਲੀਟੀਸ਼ੀਅਨ ਤੋਂ ਲੈ ਕੇ ਹੋਰ ਰਸੂਖਦਾਰ ਲੋਕ ਇਕੱਠੇ ਹੋ ਜਾਂਦੇ ਨੇ। ਤੇ ਉਸ ਹਾਲਾਤਾਂ ਵਿੱਚ ਜੇ BSF ਨੇ ਕਾਰਵਾਈ ਕਰਤੀ ਤਾਂ ਕਈਆਂ ਨੂੰ ਤਾਂ ਪਾਲਾ ਮਾਰਦਾ ਹੀ ਹੋਣਾ ਨਾ ਵੀ ਜੇ ਇਹ ਵੀ ਹੱਥ ਤੋਂ ਕੰਮ ਜਾਂਦਾ ਰਿਹਾ ਤਾਂ ਫਿਰ ਹੱਥ ਵਿੱਚ ਬਚੂਗਾ ਕੀ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਅੰਦਰਲਾ ਪਾਲਾ ਹੈ। ਦੇਖੋ ਜੇ ਆਪਾਂ ਸਿਧਾਂਤਕ ਪੱਧਰ ਤੇ ਪ੍ਰਿੰਸੀਪਲੀ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਇਹਨਾਂ ਪੋਲੀਟੀਸ਼ੀਅਨਸ ਦੀ ਗੱਲਬਾਤ ਦੇ ਵਿੱਚ, ਤਕਰੀਰ ਦੇ ਵਿੱਚ ਮੈਂ ਦਮ ਥੋੜ੍ਹਾ ਬਹੁਤ ਵੇਖਦਾ ਜੇ ਆਪਾਂ ਫੈਡਰਲ ਸਟਰਕਚਰ ਤੇ ਸੰਘੀ ਢਾਂਚੇ ਦੀ ਗੱਲ ਕਰਦੇ ਹਾਂ। ਲੇਕਿਨ ਇਹ ਫੈਡਰਲ ਸੰਘੀ ਢਾਂਚੇ ਦਾ
ਇੱਕ ਇੱਕ ਬੇਸ ਬਣਾ ਰਹੇ ਨੇ। ਇਹਨਾਂ ਨੇ ਉਸ ਤੋਂ ਲੈਣਾ ਦੇਣਾ ਕੁਝ ਨਹੀਂ, ਕਿਉਂਕਿ ਇਹਨਾਂ ਨੇ ਕਦੇ ਉਹਦੇ ਲਈ ਪੈਰਾ ਦਿੱਤਾ ਹੀ ਨਹੀਂ ਹੈ। ਉਹ ਕਦਰਾਂ ਕੀਮਤਾਂ ਦੇ ਉੱਤੇ ਕਦੀ ਵੰਗਾਰਿਆ ਨਹੀਂ, ਕਿਸੇ ਨੂੰ ਹਾਂ ਦਾ ਨਾਰਾ ਕਦੇ ਮਾਰਿਆ ਨਹੀਂ। ਜਦੋਂ GST ਲਾਗੂ ਹੋਇਆ ਜਾਂ ਜਦੋਂ ਐਡੇ ਐਡੇ ਵੱਡੇ ਕਾਨੂੰਨ ਦੇਸ਼ ਵਿੱਚ ਲਾਗੂ ਹੁੰਦੇ ਨੇ, ਸੋ ਉਹਨਾਂ ਹਾਲਾਤਾਂ ਦੇ ਵਿੱਚ ਆਪਾਂ ਇਹਨਾਂ ਪੋਲੀਟੀਸ਼ੀਅਨਸ ਦੇ ਇਹਨਾਂ ਬਿਆਨਾਂ ਨੂੰ ਜੇ ਸਿਆਸਤ ਤੋਂ ਪ੍ਰੇਰਿਤ ਨਾ ਮੰਨੀਏ ਤਾਂ ਹੋਰ ਕੀ ਮੰਨੀਏ। ਸੋ ਉਸ ਹਾਲਾਤ ਦੇ ਵਿੱਚ ਜੇ ਤੁਸੀਂ ਜੇਲ੍ਹਾਂ ਲਈ CASF ਚਾਹੀਦੀ ਹੈ ਤੁਹਾਨੂੰ, ਜਾਂ CRPF ਜਾਂ BSF ਚਾਹੀਦੀ ਹੈ, ਜੇ ਤੁਹਾਨੂੰ ED ਚਾਹੀਦੀ ਹੈ ਅਲੱਗ-ਅਲੱਗ ਮਾਮਲਿਆਂ ਦੀ ਪੜਤਾਲਾਂ ਕਰਨ ਲਈ, ਤੁਹਾਨੂੰ ਲੱਗਦਾ ਹੀ ਨਹੀਂ। ਆਮ ਲੋਕਾਂ ਤੋਂ ਪੁੱਛ ਕੇ ਵੇਖ ਲਈਏ ਵੀ ਜੇ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਜੇ ਕੰਮ ਹੋਇਆ ਹੈ ਤਾਂ ਉਹ ED ਨੇ ਕੀਤਾ ਹੈ। ਜਿੰਨੇ ਵੱਡੇ ਵੱਡੇ ਸੋ ਕਾਲਡ ਮਗਰਮੱਛਾਂ ਨੂੰ ਫੜੇ ਜਾਣ ਦੀ ਗੱਲਾਂ ਤੇ ਜਿਹੜੇ ਅੱਜ ਐਨਵਲਪਸ ਪਏ ਹੈਗੇ ਨੇ ਹਾਈ ਕੋਰਟ ਦੇ ਵਿੱਚ, ਸੀਲਬੰਦ ਜਿਹੜੇ ਲਿਫਾਫੇ ਪਏ ਨੇ ਜਿਨ੍ਹਾਂ ਦੇ ਖੁੱਲ੍ਹਣ ਉੱਤੇ ਬੜਾ ਵੱਡਾ ਕੋਈ ਪਿਟਾਰਾ ਖੁੱਲ੍ਹਣ ਵਾਲਾ ਹੈ, ਇਸ ਦਾ ਹਰ ਰੋਜ਼ ਹਰ ਚੌਥੇ ਦਿਨ ਇੱਕ ਟਵੀਟ ਨਵਜੋਤ ਸਿੰਘ ਸਿੱਧੂ ਕਰਦੇ ਨੇ ਤੇ ਹਾਈ ਕੋਰਟ ਦੇ ਵਿੱਚੋਂ ਕਦੇ ਵੀ ਲਿਫਾਫਾ ਨਹੀਂ ਖੁੱਲ੍ਹ ਰਿਹਾ, ਤਾਂ ਉਹ ਸਾਰੀ ED ਦੀ ਕਾਰਵਾਈ ਹੈ, ਉਹ ਸੈਂਟਰਲ ਏਜੰਸੀਆਂ ਦੀ ਕਾਰਵਾਈ ਹੈ। ਸੋ ਉਸ ਪੱਖੋਂ ਇਹ ਮੰਨ ਕੇ ਚੱਲੀਏ ਵੀ ਜੋ ਸਿਆਸੀ ਮੁਫਾਦ ਹੈ, ਜਿੰਨਾ ਸਿਆਸੀਕਰਨ ਸਾਡੇ ਸਿਸਟਮ ਦਾ, ਸਾਡੀ ਪੁਲਿਸਿੰਗ ਦਾ, ਸਾਡੀ ਪੁਲਿਸ ਦਾ ਹੋ ਚੁੱਕਾ ਹੈ, ਉਹਨਾਂ ਹਾਲਾਤਾਂ ਦੇ ਵਿੱਚ ਜੇ ਇਹ ਦਾਇਰਾ ਵੱਧਦਾ ਤੇ ਉਹਦੇ ਵਿੱਚ ਜੇ ਕੋਈ ਚੰਗੇ ਕੰਮ BSF ਕਰ ਲਏ ਤਾਂ ਮੈਨੂੰ ਲੱਗਦਾ ਪੰਜਾਬ ਦੀ ਬਿਹਤਰੀ ਲਈ ਹੈ। ਮੂਲ ਤੌਰ ਤੇ ਇੱਕ ਫੈਡਰਲ ਸਟਰਕਚਰ ਜਾਂ ਸੰਘੀ ਢਾਂਚੇ ਦੇ ਪੱਖੋਂ ਆਲਰੇਡੀ ਜਦੋਂ ਅਸੀਂ ਆਪਣੇ ਸੂਬੇ 'ਚ ਟੈਕਸ ਲਾਉਣ ਦੇ ਅਖਤਿਆਰ ਸੈਂਟਰ ਨੂੰ ਸੌਂਪ ਚੁੱਕੇ ਹਾਂ, ਤਾਂ ਫਿਰ ਆਹ ਕਾਹਦਾ ਅਖਤਿਆਰ ਬਚਦਾ ਹੈ। ਬਾਕੀ 139 BSF ਦਾ 1968 ਦਾ ਜਿਹੜਾ ਐਕਟ ਹੈ BSF ਐਕਟ, ਉਸਦਾ 139 ਦਾ ਸਬਸੈਕਸ਼ਨ 2 ਉਹ ਕਲੈਰੀਫਾਈ ਕਰਦਾ ਹੈ ਵੀ ਸਟੇਟ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਹੀ ਕੋਈ ਐਸਾ ਕੰਮ ਕੀਤਾ ਜਾ ਸਕੇਗਾ ਜੋ ਕਿ ਪੰਜਾਬ ਪੁਲਿਸ ਦਾ ਜਾਂ ਫਿਰ ਪੁਲਿਸ ਦਾ ਅਧਿਕਾਰ ਖੇਤਰ ਹੈ। ਲਾਅ ਐਂਡ ਆਰਡਰ ਦੀ ਮੇਨਟੇਨੈਂਸ ਤੋਂ ਲੈ ਕੇ ਕ੍ਰਾਈਮ ਡਿਟੈਕਸ਼ਨ ਤੱਕ, ਕ੍ਰਾਈਮ ਪ੍ਰੀਵੈਂਸ਼ਨ ਤੱਕ, ਇਹ ਸਾਰੀ ਜਿਹੜੀਆਂ ਚੀਜ਼ਾਂ ਨੇ, ਇਨਵੈਸਟੀਗੇਸ਼ਨ ਤੱਕ, ਇਹ ਪੰਜਾਬ ਪੁਲਿਸ ਦਾ ਕੰਮ ਹੈ। ਤੇ ਇਹ ਵੀ ਦੱਸਦੇ ਵੀ ਰਿਵਾਇਤੀ ਤੌਰ ਤੇ ਵੀ ਜਦੋਂ BSF 15 ਕਿਲੋਮੀਟਰ ਦੇ ਸਟ੍ਰੈਚ ਦੇ ਵਿੱਚ ਵੀ ਲੋਕਾਂ ਨੂੰ ਫੜਦੀ, ਗ੍ਰਿਫਤਾਰ ਕਰਦੀ ਜਾਂ ਕਿਸੇ ਦੇ ਉੱਤੇ ਕੋਈ ਦਬਿਸ਼ ਕਰਦੀ ਜਿਹਦੇ ਵਿੱਚ ਜ਼ਿਆਦਾਤਰ ਸਮਗਲਰ ਕਈ ਵਾਰ ਕਾਬੂ ਆ ਜਾਂਦੇ ਨੇ, ਉਹਨਾਂ ਨੂੰ ਫੜ ਕੇ ਵੀ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਤੇ ਫਿਰ ਕੇਸਾਂ ਨੂੰ, ਮੁਕੱਦਮਿਆਂ ਨੂੰ ਉਹਨਾਂ ਹੀ ਧਾਰਾਵਾਂ ਦੇ ਤਹਿਤ ਅੱਗੇ ਪੁਲਿਸ ਲੀਡ ਕਰਦੀ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਸ ਕਿਸਮ ਦੇ ਖਦਸ਼ੇ ਇੱਕ ਜੇ ਲਾਰਜਰ ਡਿਜ਼ਾਈਨ ਜਾਂ ਇੱਕ ਪ੍ਰਿੰਸੀਪਲ ਦੇ ਪੁਆਇੰਟ ਆਫ ਵਿਊ ਨਾਲ ਜਾਇਜ਼ ਨੇ, ਲੇਕਿਨ ਜਿਸ ਕਾਰਨ ਸਾਡੇ ਪੋਲੀਟੀਸ਼ੀਅਨ ਰੌਲਾ ਪਾ ਰਹੇ ਨੇ ਉਹ ਬਿਲਕੁਲ ਹੀ ਬੇਤੁਕਾ ਰੀਜ਼ਨ ਹੈ। ਮੈਨੂੰ ਉਹਦੇ ਵਿੱਚ ਕੋਈ ਮੈਰਿਟ ਨਜ਼ਰ ਨਹੀਂ ਆਉਂਦਾ। ਬਾਕੀ ਤੁਸੀਂ ਆਪਣੀ ਇਸ ਦੇ ਬਾਰੇ ਰਾਏ ਜ਼ਰੂਰ, ਆਪਣੀ ਫੀਡਬੈਕ ਮੇਰੇ ਕਮੈਂਟ ਸੈਕਸ਼ਨ ਵਿੱਚ ਦਿਓ। ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੇਖਣ ਲਈ, ਕਿਉਂਕਿ ਮੁੱਦਾ ਥੋੜ੍ਹਾ ਜਿਹਾ ਮਹੱਤਵਪੂਰਨ ਲੱਗਾ। ਸੋ ਇਸ ਵਕਤ ਇਸ ਨੂੰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ। ਰਿਤੇਸ਼ ਲਖੀ ਅਨਪਲੱਗਡ ਨਾਲ ਬਣੇ ਰਹੋ, ਸਾਡੀ ਸੀਰੀਜ਼ ਚੱਲਦੀ ਰਹਿਣੀ ਹੈ, ਹਿਟ ਲਿਸਟ ਵੀ ਜਾਰੀ ਹੈ ਤੇ ਹੋਰ ਵੀ ਕੋਈ ਸੀਰੀਜ਼ ਬਹੁਤ ਛੇਤੀ ਆਉਣ ਵਾਲੀ ਹੈ। ਥੈਂਕ ਯੂ ਸੋ ਮਚ।